ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਗੁਰਸਿੱਖਾਂ ਨੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਉਪਦੇਸ਼ ਦਿੱਤੇ, ਸਾਨੂੰ ਸਮਝਾਉਂਦੇ ਵੀ ਜੇ ਤਾਂ ਪਰਮਾਤਮਾ ਨਿਰੰਕਾਰ ਵਾਹਿਗੁਰੂ, ਉਹ ਤੋਂ ਅਸੀਂ ਦੂਰ ਹਾਂ, ਅਸੀਂ ਉਹਨੂੰ ਦੂਰ ਸਮਝਦੇ ਹਾਂ, ਅਸੀਂ ਉਹਨੂੰ ਨੇੜੇ ਨਹੀਂ ਸਮਝਦੇ। ਫਿਰ ਮਹਾਰਾਜ ਕਹਿੰਦੇ ਵੀ ਉਹ ਜਿਹੜੇ ਜੀਵ ਫਿਰ ਆਪਦੀ ਮੱਤ ਦੁਆਰਾ ਚੱਲਦੇ, ਜਿਨ੍ਹਾਂ ਨੇ ਗੁਰੂ ਦੀ ਮੱਤ ਨਹੀਂ ਲਈ, ਜਿਨ੍ਹਾਂ ਨੂੰ ਮਨਮੁਖ ਕਹਿੰਦੇ, ਮਨਮੁਖਾਂ ਨੂੰ ਪਰਮਾਤਮਾ ਦੂਰ ਹੈ, ਅਤੇ ਉਹਨਾਂ ਦੀ ਕੀਤੀ ਹੋਈ ਸਾਰੀ ਘਾਲਣਾ ਉਹ ਵਿਅਰਥ ਚਲੀ ਜਾਂਦੀ, ਕਿਉਂਕਿ ਇਸ ਵਾਸਤੇ ਘਾਲਣਾ ਘਾਲੀ ਜਾਂਦੀ ਬਈ ਅਸੀਂ ਪਰਮਾਤਮਾ ਨੂੰ ਆਪਣੇ ਨੇੜੇ ਦੇਖੀਏ ਅਤੇ ਨੇੜੇ ਜਾਣੀਏ। ਮਹਾਰਾਜ ਫਿਰ ਉਹਨਾਂ ਜੀਵਾਂ ਦੀ ਹਾਲਤ ਦੱਸਦੇ ਬਈ ਜਿਨ੍ਹਾਂ ਨੇ ਨਹੀਂ ਗੁਰੂ ਦੀ ਮੱਤ ਲਈ, ਆਪਦੀ ਮੱਤ ਦੁਆਰਾ ਚੱਲਦੇ, ਫਰਮਾਉਂਦੇ ਨੇ ਮਨਮੁਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ, ਸਭ ਵਿਅਰਥੀ ਘਾਲ ਗਵਾਈਏ ਰਾਮ। ਬਈ ਮਨਮੁਖਾਂ ਨੂੰ ਪਰਮਾਤਮਾ ਦੂਰ ਹੈ, ਅਤੇ ਉਹਨਾਂ ਦੀ ਕੀਤੀ ਹੋਈ ਘਾਲਣਾ ਉਹ ਸਾਰੀ ਵਿਅਰਥ, ਕਿਉਂਕਿ ਜੇ ਪਰਮਾਤਮਾ ਹੀ ਦੂਰ ਹੈ ਸਾਤੋਂ, ਫਿਰ ਸਾਡੀ ਕੀਤੀ ਹੋਈ ਘਾਲਣਾ ਉਹ ਕਿਸੇ ਕੰਮ ਦੀ ਸਾਰੀ ਵਿਅਰਥ ਚਲੀ ਗਈ। ਘਾਲਣਾ ਤਾਂ ਇਸ ਕਰਕੇ ਘਾਲੀ ਜਾਂਦੀ ਵੀ ਆਪਾਂ ਹੁਣ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਸਤ ਸੰਗਤ ਕਰਦੇ ਹਾਂ, ਵੀ ਅਸੀਂ ਪਰਮਾਤਮਾ ਦੇ ਨੇੜੇ ਹੋ ਜਾਈਏ, ਅਸੀਂ ਪਰਮਾਤਮਾ ਨਾਲ ਮਿਲਾਪ ਕਰ ਲਈਏ। ਜੇ ਹੁਣ ਅਸੀਂ ਪਰਮਾਤਮਾ ਦੇ ਨੇੜੇ ਹੋਈ ਨਹੀਂ, ਅਤੇ ਫਿਰ ਤਾਂ ਸਾਡੀ ਉਹ ਘਾਲਣਾ ਕੀਤੀ ਹੋਈ ਵਿਅਰਥ ਹੀ ਚਲੀ ਗਈ। ਫਿਰ ਮਹਾਰਾਜ ਕਹਿੰਦੇ ਵੀ ਜਿਹੜੇ ਗੁਰਮੁਖ, ਜਿਹੜੇ ਮਾਲਕ ਨੂੰ ਧਿਆਉਂਦੇ, ਫਿਰ ਉਹਨਾਂ ਨੇ ਪਰਮਾਤਮਾ ਨੂੰ ਹਰ ਥਾਂ 'ਤੇ ਹਾਜ਼ਰ ਨਾਲ ਆਪਦੇ ਦੇਖ ਲਿਆ।
ਉਹਨਾਂ ਨੂੰ ਹਰ ਸਮੇਂ ਨਦਰੀਓ ਵਾਹਿਗੁਰੂ ਅੰਤ। ਮਾਰੇ ਕਹਿੰਦੇ ਜਾਂ ਨਾਨਕ ਗੁਰਮੁਖ ਹਰ ਧਿਆਇਆ ਮੇਰੀ ਜਿੰਦੜੀਏ। ਬਈ ਗੁਰਮੁਖਾਂ ਨੇ ਮਾਲਕ ਨੂੰ ਧਿਆਇਆ, ਉਹਨੂੰ ਆਰਾਧਿਆ, ਅਤੇ ਫਿਰ ਉਹਨਾਂ ਦੀ ਅਵਸਥਾ ਵੀ ਉਹਨਾਂ ਨੂੰ ਹਰ ਥਾਂ 'ਤੇ ਮਾਲਕ ਨਜ਼ਰ ਆਉਂਦਾ। ਸਭ ਹਾਜ਼ਰ ਨਜ਼ਰੀ ਆਈਏ ਰਾਮ, ਵੀ ਉਹਨਾਂ ਨੂੰ ਹਰ ਥਾਂ 'ਤੇ ਹਾਜ਼ਰ ਨਾਜ਼ਰ ਪਰਮਾਤਮਾ ਉਹਨਾਂ ਨੂੰ ਨਜ਼ਰ ਆਉਂਦਾ, ਪ੍ਰਤੱਖ ਦਿਸਦਾ। ਹੁਣ ਉਹਨਾਂ ਦੀ ਘਾਲਣਾ ਕੀਤੀ ਹੋਈ ਉਹ ਸਾਰੀ ਸਫਲ ਹੋ ਗਈ, ਕਿਉਂਕਿ ਉਹ ਪਰਮਾਤਮਾ ਦੇ ਸਨਮੁਖ ਹੋ ਗਏ, ਮਾਲਕ ਦੀ। ਹੌਲੀ ਇਸ ਲਈ ਫਿਰ ਸਮਝਾਉਂਦੇ ਵੀ ਮਨਮੁਖ ਦੀ ਜਿਹੜੀ ਘਾਲਣਾ ਆਪਦੀ ਮੱਤ ਦੁਆਰਾ ਕੀਤੀ ਹੋਈ ਉਹ ਸਾਰੀ ਵਿਅਰਥ ਚਲੀ ਜਾਂਦੀ, ਕਿਉਂਕਿ ਉਹ ਗੁਰੂ ਦੀ ਮੱਤ ਨਹੀਂ ਲੈਂਦਾ, ਆਪਦੀ ਮੱਤ ਦੁਆਰਾ ਕਰਦਾ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਅਸੀਂ ਜੋ ਵੀ ਕੁਝ ਕਰ ਰਹੇ ਹਾਂ, ਬੇਸ਼ੱਕ ਅਸੀਂ ਸਿਮਰਨ ਕਰਦੇ ਹਾਂ, ਗੁਰੂ ਘਰ ਆਉਂਦੇ ਹਾਂ, ਸੇਵਾ ਕਰਦੇ ਹਾਂ, ਹੁਣ ਜੇ ਅਸੀਂ ਪਰਮਾਤਮਾ ਦੇ ਨੇੜੇ ਹੀ ਨਾ ਹੋਏ, ਜੇ ਸਾਡੇ ਅੰਦਰੋਂ ਵੈਰ ਵਿਰੋਧ ਗਿਆ ਨਹੀਂ, ਈਰਖਾ ਨਫ਼ਰਤ ਗਈ ਨਹੀਂ, ਪਰਾਈ ਨਿੰਦਿਆ ਅਸੀਂ ਮੁੱਖ ਤੋਂ ਛੱਡੀ ਨਹੀਂ, ਫਿਰ ਸਾਨੂੰ ਉਹ ਸੇਵਾ ਦਾ ਫਲ ਕੀ ਮਿਲਿਆ? ਸਾਡੀ ਤਾਂ ਉਹ ਕੀਤੀ ਹੋਈ ਘਾਲਣਾ ਸੇਵਾ ਸਭ ਵਿਅਰਥ ਹੀ ਚਲੀ ਗਈ। ਮਾਰੇ ਫਰਮਾਉਂਦੇ ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੋਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੋਟੀ, ਨੇਫਲ ਭਈ ਸਭ ਸੇਵਾ। ਵੀ ਸੇਵਾ ਤਾਂ ਇਸ ਕਰਕੇ ਕਰਨੀ ਸੀ ਬਈ ਅਸੀਂ ਪਰਮਾਤਮਾ ਦੇ ਨਾਲ ਮਿਲਾਪ ਕਰ ਲਈਏ, ਮਾਲਕ ਦੇ ਨੇੜੇ ਹੋ ਜਾਈਏ, ਪਰ ਉਹ ਸਾਡੀ ਕੀਤੀ ਹੋਈ ਘਾਲਣਾ ਫਿਰ ਸਭ ਵਿਅਰਥ ਚਲੀ ਜਾਂਦੀ ਜੇ ਅਸੀਂ ਇਹ ਵੈਰ ਵਿਰੋਧ ਛੱਡਦੇ ਨਹੀਂ, ਈਰਖਾ ਨਫ਼ਰਤ ਛੱਡਦੇ ਨਹੀਂ, ਹਉਮੈ ਹੰਕਾਰ ਛੱਡਦੇ ਨਹੀਂ। ਫਿਰ ਇਸ ਵਾਸਤੇ ਆਪਾਂ ਨੂੰ ਕਹਿੰਦੇ ਵੀ ਗੁਰਮੁਖ ਧਿਆਉਂਦੇ, ਉਹਨਾਂ ਦਾ ਧਿਆਉਣਾ ਪ੍ਰਵਾਨ ਹੋ ਗਿਆ, ਕਿਉਂਕਿ ਉਹਨਾਂ ਨੇ ਹਰ ਥਾਂ 'ਤੇ ਹਾਜ਼ਰ ਨਾਜ਼ਰ ਮਾਲਕ ਨੂੰ ਪ੍ਰਤੱਖ ਦੇਖ ਲਈ। ਹੁਣ ਆਪਾਂ ਨੂੰ ਵੀ ਫਿਰ ਇਸ ਲਈ ਸਮਝਾਉਂਦੇ ਬਈ ਸੰਗਤ ਦੇ ਵਿੱਚ ਆਪਾਂ ਜਦੋਂ ਆਉਂਦੇ, ਸਾਡੇ ਮਨ ਦਾ ਭਰਮ ਫਿਰ ਖਤਮ ਹੁੰਦਾ ਜਦੋਂ ਸਾਨੂੰ ਗੁਰੂ ਦੇ ਬਚਨਾਂ 'ਤੇ ਪੂਰਾ ਭਰੋਸਾ ਹੁੰਦਾ। ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਸਤ-ਸਤ ਕਰਕੇ ਮੰਨਾਂਗੇ, ਇਹਨਾਂ 'ਤੇ ਭਰੋਸਾ ਕਰਾਂਗੇ, ਅਤੇ ਫਿਰ ਅਸੀਂ ਜੀਵਨ ਮੁਕਤ ਹੋ ਜਾਵਾਂਗੇ। ਮਾਰੇ ਫਰਮਾਉਂਦੇ ਭਰਮ ਕੀ ਜਾਲੀ ਤਾ ਕੀ ਕਾਟੀ, ਜਾ ਕੋ ਸਾਧ ਸੰਗਤ ਵਿਸ਼ਵਾਸ। ਬਈ ਭਰਮ ਉਹਨਾਂ ਦਾ ਖਤਮ ਹੋਣਾ, ਭਰਮ ਦਾ ਜਾਲ ਉਹਨਾਂ ਦਾ ਕੱਟਿਆ ਜਾਣਾ ਜਿਨ੍ਹਾਂ ਨੂੰ ਵਿਸ਼ਵਾਸ, ਜਿਨ੍ਹਾਂ ਨੂੰ ਭਰੋਸਾ ਆ ਗਿਆ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਜੋ ਸਤਿਗੁਰਾਂ ਦੀ ਬਾਣੀ ਹੈ ਇਹਨੂੰ ਸਤ-ਸਤ ਕਰਕੇ ਮੰਨੋ, ਇਹਨਾਂ ਦੇ ਦੱਸੇ ਹੋਏ ਰਸਤੇ ਉੱਤੇ ਚੱਲੋ। ਫਰਮਾਉਂਦੇ ਨੇ ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੋਹੋਂ ਕਢਾਏ। ਬਈ ਜਦੋਂ ਅਸੀਂ ਸਤਿਗੁਰਾਂ ਦੀ ਬਾਣੀ ਨੂੰ ਸਤ-ਸਤ ਕਰਕੇ ਮੰਨਾਂਗੇ, ਇਹਨਾਂ ਦੇ ਦੱਸੇ ਹੋਏ ਰਸਤੇ 'ਤੇ ਚੱਲਾਂਗੇ, ਸਾਡੀ ਕੀਤੀ ਹੋਈ ਘਾਲਣਾ ਉਹ ਸਫਲ ਹੋ ਜਾਏਗੀ। ਸਾਡੀ ਕੀਤੀ ਹੋਈ ਮਸ਼ੱਕਤ ਫਿਰ ਉਹ ਵਿਅਰਥ ਨਹੀਂ ਜਾਂਦੀ। ਮਹਾਰਾਜ ਕਹਿੰਦੇ ਇੱਕ ਤਿਲ ਨਹੀਂ ਭੰਨੇ ਘਾਲੇ, ਵੀ ਜੇ ਤਾਂ ਗੁਰੂ ਦੀ ਮਤ ਦੁਆਰਾ ਕਰਦੇ ਹਾਂ ਤਾਂ ਇੱਕ ਤਿਲ ਭਰ ਦੀ ਵੀ ਘਾਲਣਾ ਵਿਅਰਥ ਨਹੀਂ ਜਾਏਗੀ। ਜੇ ਆਪਦੀ ਮਤ ਦੁਆਰਾ ਕਰਦੇ ਉਹ ਕੀਤੀ ਹੋਈ ਘਾਲਣਾ ਮਹਾਰਾਜ ਕਹਿੰਦੇ ਵਿਅਰਥ ਚਲੀ ਜਾਂਦੀ। ਸੋ ਇਸ ਵਾਸਤੇ ਹੁਣ ਆਪਾਂ ਫਿਰ ਜਦੋਂ ਕਰਨਾ ਹੀ ਹੈ ਤਾਂ ਫਿਰ ਕਿਉਂ ਨਾ ਗੁਰੂ ਦੀ ਮਤ ਦੁਆਰਾ ਕਰੀਏ, ਵੀ ਤਾਂ ਕਿ ਸਾਡਾ ਕੀਤਾ ਹੋਇਆ ਪ੍ਰਵਾਨ ਹੋ ਜੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਗੁਰੂ ਦੀ ਮੱਤ ਲਓ,
ਗੁਰ ਕੀ ਮਤ ਤੂੰ ਲੈ ਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਵੀ ਸਾਡੀ ਸਿਆਣਪ ਸਾਨੂੰ ਡੋਬ ਲੈਂਦੀ। ਹੁਣ ਜਦੋਂ ਆਪਾਂ ਸਤਸੰਗ 'ਚ ਆਉਂਦੇ ਹਾਂ, ਇੱਥੇ ਆਪਾਂ ਆਉਣਾ ਗੁਰੂ ਦੀ ਮੱਤ ਲੈਣ ਵਾਸਤੇ, ਇੱਥੇ ਅਸੀਂ ਆਉਣਾ ਸਿੱਖਿਆ ਲੈਣ ਵਾਸਤੇ, ਇੱਥੇ ਅਸੀਂ ਆ ਕੇ ਸਤਿਗੁਰਾਂ ਨੂੰ ਆਪਣਾ ਆਪਾ ਸਮਰਪਣ ਕਰਨ। ਇਹ ਨਹੀਂ ਵੀ ਆਪਾਂ ਗੁਰੂ ਘਰ ਜਿਵੇਂ ਸੰਸਾਰ ਦਾ ਤਾਂ ਖੇਲ ਹੀ ਸਾਰਾ ਪੁੱਠਾ ਚੱਲਦਾ, ਉਲਟ ਚੱਲਦਾ। ਸੰਸਾਰੀ ਜੀਵ ਜੇ ਜਾਂਦਾ ਵੀ ਹੈ ਤਾਂ ਉਹ ਆਪਦੀ ਮਨਾਉਣ ਵਾਸਤੇ ਜਾਂਦਾ। ਇਹ ਮੈਂ ਪਹਿਲਾਂ ਹੀ ਸੁੱਖਣਾ ਸੁੱਖ ਲੈਂਦਾ ਵੀ ਮੇਰੀ ਆਹ ਸੁੱਖਣਾ ਪੂਰੀ ਹੋ ਜੀ, ਅਤੇ ਉਹ ਅਸੀਂ ਮੰਨਣ ਥੋੜ੍ਹੀ ਚੱਲੇ ਹਾਂ, ਅਸੀਂ ਤਾਂ ਮਨਾਉਣ ਚੱਲੇ ਹਾਂ ਆਪਦੀ, ਵੀ ਸਾਡੀ ਮੰਨੋ ਜੀ, ਅਸੀਂ ਨਾ ਮੰਨੀਏ ਗੁਰੂ ਦੀ, ਗੁਰੂ ਸਾਡੀ ਮੰਨੇ, ਵੀ ਜੋ ਅਸੀਂ ਕਹਿੰਦੇ ਹਾਂ ਉਹ ਹੋਵੇ। ਜੇ ਅਸੀਂ ਆਖਾਂਗੇ ਵੀ ਉਸ ਤਰ੍ਹਾਂ ਵੀ ਅਸੀਂ ਗੁਰੂ ਦੀ ਮੱਤ ਲੈ ਲਾਂਗੇ, ਜਾਂ ਸਾਡੇ ਮਨ ਨੂੰ ਸੁੱਖ ਮਿਲੇਗਾ, ਸਾਡੇ ਮਨ ਨੂੰ ਸ਼ਾਂਤੀ ਆਏਗੀ, ਫਿਰ ਨਹੀਂ ਆਉਣਾ। ਕਿਉਂਕਿ ਅਸੀਂ ਜਦੋਂ ਗੁਰੂ ਘਰ ਆਉਣਾ, ਅਸੀਂ ਗੁਰੂ ਨੂੰ ਆਪਦੀ ਮਨਾਉਣ ਨਹੀਂ, ਅਸੀਂ ਗੁਰੂ ਦੀ ਮੰਨਣ ਵਾਸਤੇ ਆਉਣਾ। ਵੀ ਸਾਨੂੰ ਗੁਰੂ ਕੀ ਉਪਦੇਸ਼ ਕਰਦਾ ਅਤੇ ਅਸੀਂ ਉਸ ਉਪਦੇਸ਼ ਨੂੰ ਕਿਵੇਂ ਕਮਾਈਏ, ਕਿਵੇਂ ਮੰਨੀਏ। ਹੁਣ ਜਿਵੇਂ ਬੱਚਾ ਸਕੂਲ ਜਾਂਦਾ, ਜੇ ਹੁਣ ਬੱਚਾ ਆਖੇ ਵੀ ਮੈਂ ਪੜ੍ਹਨ ਨਹੀਂ, ਮੈਂ ਤਾਂ ਪੜ੍ਹਾਉਣ ਜਾਣਾ, ਅਤੇ ਪੜ੍ਹਿਆ ਉਹ ਆਪ ਨਹੀਂ ਹਜੇ, ਅਤੇ ਉਹ ਕਿੱਥੋਂ ਪੜ੍ਹਾ ਦੇ। ਹੁਣ ਇਸੇ ਤਰ੍ਹਾਂ ਹੀ ਜੇ ਹੁਣ ਅਸੀਂ ਆਖੀਏ ਵੀ ਅਸੀਂ ਗੁਰੂ ਘਰ ਵੀ ਅਸੀਂ ਮੰਨਣ ਨਹੀਂ ਜਾਣਾ ਗੁਰੂ ਦੀ ਗੱਲ, ਵੀ ਗੁਰੂ ਸਾਨੂੰ ਕੀ ਰਿਹਾ, ਅਸੀਂ ਗੁਰੂ ਨੂੰ ਆਪਦੀ ਮਨਾਉਣ ਜਾਣਾ, ਅਤੇ ਫਿਰ ਅਸੀਂ ਦੁਖੀ ਹੋਵਾਂਗੇ। ਇਹੋ ਕਾਰਨ ਹੈ ਸੰਸਾਰ ਦੇ ਵਿੱਚ ਕਈ ਜੀਵਾਂ ਨੂੰ ਆਪਾਂ ਦੇਖਦੇ ਹਾਂ ਵੀ ਸਾਰੀ ਸਾਰੀ ਉਮਰ ਬੀਤ ਜਾਂਦੀ, ਗੁਰੂ ਘਰ ਆਉਂਦਿਆਂ ਨੂੰ, ਬਾਣੀ ਪੜ੍ਹਦਿਆਂ ਨੂੰ, ਪਰ ਉਹਨਾਂ ਦਾ ਜਿਹੜਾ ਜੀਵਨ ਉਹ ਜੀਵਨ ਨਹੀਂ ਬਦਲਦਾ। ਉਹਨਾਂ ਦੇ ਅੰਦਰ ਉਵੇਂ ਹੀ ਵੈਰ ਵਿਰੋਧ ਹੈ, ਈਰਖਾ ਹੈ, ਨਫ਼ਰਤ, ਫੇਕੇ ਬੋਲ ਬੋਲਦੇ, ਨਿੰਦਿਆ ਚੁਗਲੀ ਉਵੇਂ ਹੀ ਕਰਦੇ। ਉਹਦਾ ਕਾਰਨ ਕੀ? ਉਹਦਾ ਕਾਰਨ ਇਹੀਓ ਆ, ਗੁਰੂ ਨਾਨਕ ਦਾ ਘਰ ਸਾਨੂੰ ਦੱਸਦਾ ਬਈ ਉਹ ਗੁਰੂ ਘਰ ਸਿੱਖਣ ਵਾਸਤੇ ਨਹੀਂ ਆਏ, ਉਹਨਾਂ ਨੇ ਸਿੱਖਿਆ ਨਹੀਂ ਲਈ ਗੁਰੂ ਤੋਂ, ਆਪਦੀ ਮੱਤ ਦੁਆਰਾ ਹੀ ਕੀਤਾ ਜੋ ਵੀ ਕੀਤਾ, ਅਤੇ ਫਿਰ ਉਹ ਦੁਖੀ ਹੋਣਗੇ ਹੀ ਹੋਣਗੇ। ਇਸ ਵਾਸਤੇ ਫਿਰ ਸੱਚੇ ਪਾਤਸ਼ਾਹ ਕਹਿੰਦੇ ਵੀ ਮਨਮੁਖ ਦੀ ਘਾਲਣਾ ਸਾਰੀ ਕੀਤੀ ਹੋਈ ਉਹ ਤਾਂ ਵਿਅਰਥ ਚਲੀ ਜਾਂਦੀ, ਕਿਉਂਕਿ ਉਹ ਆਪਦੀ ਮੱਤ ਦੁਆਰਾ ਕਰਦਾ ਰਹਿੰਦਾ, ਗੁਰੂ ਦੀ ਮੱਤ ਨਹੀਂ ਲੈਂਦਾ। ਤਾਂ ਮਹਾਰਾਜ ਕਹਿੰਦੇ ਮਨਮੁਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ, ਸਭ ਵਿਅਰਥੀ ਘਾਲ ਗਵਾਈਏ ਰਾਮ। ਬਈ ਮਨਮੁਖਾਂ ਨੂੰ ਪਰਮਾਤਮਾ ਤਾਂ ਦੂਰ ਹੈ, ਉਹਨਾਂ ਦੀ ਕੀਤੀ ਹੋਈ ਘਾਲਣਾ ਵੀ ਸਾਰੀ ਵਿਅਰਥ ਚੱਲੀ ਗਈ, ਕਿਉਂਕਿ ਉਹਨਾਂ ਦੇ ਮਨ ਨੂੰ ਸ਼ਾਂਤੀ ਤਾਂ ਆਈ ਹੋਈ ਨਹੀਂ, ਮਨ ਤਾਂ ਸੁਖੀ ਹੋਇਆ ਹੀ ਨਹੀਂ। ਸੋ ਇਸ ਵਾਸਤੇ ਕਹਿੰਦੇ ਵੀ ਗੁਰਮੁਖਾਂ ਦਾ ਜੀਵਨ ਸਫਲ ਹੈ, ਕਿਉਂਕਿ ਉਹਨਾਂ ਨੇ ਗੁਰੂ ਦੀ ਮੱਤ ਲੈ ਲਈ, ਅਤੇ ਉਹਨਾਂ ਦੀ ਕੀਤੀ ਹੋਈ ਘਾਲਣਾ, ਉਹਨਾਂ ਦਾ ਧਿਆਇਆ ਹੋਇਆ ਪਰਮਾਤਮਾ, ਉਹਦਾ ਫਿਰ ਫਲ ਇਹ ਹੈ ਵੀ ਉਹਨਾਂ ਨੂੰ ਹਰ ਥਾਂ ਪਰਮਾਤਮਾ ਹਾਜ਼ਰ ਨਜ਼ਰ ਆਉਂਦਾ ਅਤੇ ਪ੍ਰਤੱਖ ਦੇਖਦੇ। ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੜੀਏ, ਬਈ ਉਹਨਾਂ ਨੇ ਮਾਲਕ ਨੂੰ ਧਿਆਇਆ ਅਤੇ ਉਹਨਾਂ ਨੂੰ ਫਿਰ ਹਰ ਹਾਜ਼ਰ ਨਦਰੀ ਆਇਆ ਰਾਮ, ਵੀ ਉਹਨਾਂ ਨੂੰ ਹਰ ਥਾਂ 'ਤੇ ਮਾਲਕ ਹਾਜ਼ਰ, ਜਿਸੇ ਵੀ ਜਾਂਦੇ ਉੱਥੇ ਹੀ ਮਾਲਕ ਨਾਲ ਪ੍ਰਤੱਖ ਦੇਖਦੇ ਰੱਬ ਨੂੰ, ਪਰਮਾਤਮਾ। ਫਿਰ ਇਸੇ ਪਰਥਾਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਾਜ਼ਰਾ ਹਜ਼ੂਰ ਹੈ, ਜ਼ਾਹਰਾ ਜ਼ਹੂਰ ਹੈ, ਵੀ ਮਾਲਕ ਹਰ ਥਾਂ 'ਤੇ ਹਾਜ਼ਰ ਹੈ। ਇਹ ਨਹੀਂ ਵੀ ਉਹ ਕਿਤੇ ਇੱਕ ਥਾਂ 'ਤੇ ਹੀ, ਵੀ ਅਸੀਂ ਜਿੱਥੇ ਵੀ ਜਾਵਾਂਗੇ ਉਹ ਤਾਂ ਉੱਥੇ ਹੀ ਮੌਜੂਦ ਸੀ।
ਤਾਈਓਂ ਗੁਰਮੁਖਾਂ ਨੇ ਆਖਿਆ ਵੀ ਅਸੀਂ ਹੋਰ ਥਾਂ ਕਿਤੇ ਖਾਸ ਜਗ੍ਹਾ 'ਤੇ ਚੱਲ ਕੇ ਤਾਂ ਜਾਈਏ ਵੀ ਜੇ ਤੂੰ ਇੱਥੇ ਨਾ ਹੋ, ਤੂੰ ਤਾਂ ਇੱਥੇ ਵੀ ਸਾਡੇ ਨਾਲ ਹੀ। ਮਹਾਰਾਜ ਫਰਮਾਉਂਦੇ ਉਹਾਂ ਤੋਂ ਜਾਈਏ ਜਾਈ ਹਾਂ ਨਾ ਹੋਈ, ਬਈ ਹੋਰ ਥਾਂ ਤਾਂ ਮੈਂ ਚੱਲ ਕੇ ਤਾਂ ਜਾਵਾਂ ਜੇ ਤੂੰ ਇੱਥੇ ਨਾ ਹੋਵੇਂ, ਤੂੰ ਤਾਂ ਇੱਥੇ ਵੀ। ਬਈ ਸਾਡੇ ਹੱਥ ਵੀ ਦੂਰ ਹੋ, ਸਾਡੇ ਹੱਥਾਂ ਤੋਂ ਵੀ ਨੇੜੇ। ਕਹੇ ਰਵਿਦਾਸ ਹੱਥ ਪੈ ਨੇੜੇ, ਸਹਿਜੇ ਹੋਏ ਸੋ ਹੋਏ ਰੇ। ਬਈ ਮਾਲਕ ਸਾਡੇ ਹੱਥਾਂ ਤੋਂ ਵੀ ਨੇੜੇ। ਹੁਣ ਜਦੋਂ ਅਸੀਂ ਗੁਰੂ ਦੀ ਮੱਤ ਨਹੀਂ ਲੈਂਦੇ, ਅਸੀਂ ਪਰਮਾਤਮਾ ਤੋਂ ਬੇਮੁਖ ਹੋਏ ਹੁੰਦੇ, ਫਿਰ ਅਸੀਂ ਸਮਝਦੇ ਵੀ ਰੱਬ ਪਤਾ ਨਹੀਂ ਕਿੱਡੀ ਕੁ ਦੂਰ। ਬਈ ਉਹ ਸਾਨੂੰ ਦੇਖਦਾ ਵੀ ਹੈ ਕਿ ਜਾਂ ਸਾਨੂੰ ਨਹੀਂ ਦੇਖਦਾ, ਉਹ ਸਾਨੂੰ ਸੁਣਦਾ ਵੀ ਹੈ ਕਿ ਜਾਂ ਨਹੀਂ ਸੁਣਦਾ। ਪਰ ਜਦੋਂ ਭੇਦ ਖੁੱਲ੍ਹਦਾ ਫਿਰ ਪਤਾ ਲੱਗਦਾ ਵੀ ਮਾਲਕ ਤਾਂ ਉਹ ਤਾਂ ਹਰ ਸਮੇਂ ਸਾਡੇ ਨਾਲ ਹਾਜ਼ਰ ਨਾਜ਼ਰ। ਮਹਾਰਾਜ ਫਰਮਾਉਂਦੇ ਦੀਨ ਦਿਆਲ ਕਿਰਪਾਲ ਸੁਖ ਸਾਗਰ, ਸਰਬ ਘਟਾ ਭਰਪੂਰੀ ਰੇ। ਪੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣੇ ਅੰਜੂਰੀ ਰੇ। ਵੀ ਉਹਦਾ ਦੀਨ ਕਿਰਪਾਲ ਮਾਲਕ ਉਹ ਹਰ ਥਾਂ 'ਤੇ ਮੌਜੂਦ ਸੀ, ਸਰਬ ਘਟਾ ਭਰਪੂਰੇ, ਸਾਰੇ ਘਟਾਂ ਦੇ ਵਿੱਚ। ਅਤੇ ਉਹ ਸਦਾ ਹੀ ਸਾਡੇ ਅੰਗ ਸੰਗ, ਸਦਾ ਹੀ ਸਾਨੂੰ ਦੇਖਦਾ ਅਤੇ ਸਦਾ ਹੀ ਸਾਡੀ ਸੁਣਦਾ। ਪਰ ਜਦੋਂ ਮਨ ਮੂਰਖ ਹੋਇਆ ਹੁੰਦਾ ਉਦੋਂ ਦੂਰ ਸਮਝ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਮਾਲਕ ਹਰ ਥਾਂ 'ਤੇ ਸਾਡੇ ਨਾਲ ਹੈ ਅਤੇ ਉਹ ਹਰ ਸਮੇਂ ਸਾਨੂੰ ਦੇਖ ਰਹੀ ਹੈ। ਜੋ ਵੀ ਅਸੀਂ ਕਰਦੇ, ਜੋ ਵੀ ਅਸੀਂ ਬੋਲਦੇ ਹਾਂ, ਸਭ ਤੋਂ ਪਹਿਲਾਂ ਸਾਡੀ ਆਵਾਜ਼ ਵਾਹਿਗੁਰੂ ਹੀ ਸੁਣਦਾ। ਜੋ ਵੀ ਆਪਾਂ ਕਰ ਰਹੇ ਹਾਂ ਉਹ ਤੋਂ ਅਸੀਂ ਛੁਪਾ ਨਹੀਂ ਸਕਦੇ, ਉਹ ਸਾਨੂੰ ਅੰਦਰੋਂ ਬਾਹਰੋਂ ਹਰ ਪਾਸਿਓਂ ਦੇਖ ਰਹੇ। ਮਾਰੇ ਫਰਮਾਉਂਦੇ ਅੱਗੋਂ ਦੇਖੇ ਪਿੱਛੋਂ ਦੇਖੇ ਤਿਸ ਤੇ ਕਹਾਂ ਛੁਪਾਵੇ। ਵੀ ਉਹ ਸਾਨੂੰ ਅੱਗਿਓਂ ਵੀ ਪਿੱਛਿਓਂ ਵੀ ਸੱਜੇ ਖੱਬੇ ਉੱਪਰੋਂ ਥੱਲਿਓਂ ਹਰ ਪਾਸਿਓਂ ਦੇਖਦਾ। ਹੁਣ ਜੇ ਸਾਨੂੰ ਪਰਮਾਤਮਾ ਦਾ ਭੈ ਹੋਵੇ, ਮਾਲਕ ਦਾ ਡਰ ਹੋਵੇ, ਫਿਰ ਹੀ ਅਸੀਂ ਨਿਰਭਉ ਹੋ ਸਕਦੇ। ਜੇ ਸਾਨੂੰ ਰੱਬ ਦਾ ਡਰ ਹੋਏਗਾ, ਰੱਬ ਦਾ ਭੈ ਹੋਏਗਾ। ਜਿਹਨੂੰ ਪਰਮਾਤਮਾ ਦਾ ਭੈ ਨਹੀਂ ਉਹ ਨਿਰਭਉ ਨਹੀਂ ਹੋ ਸਕਦਾ। ਉਹਨੂੰ ਡਰ ਹੀ ਰਹੇਗਾ, ਉਹਨੂੰ ਸੰਸਾਰ ਦੇ ਡਰ ਸਤਾਉਣਗੇ। ਮਹਾਰਾਜ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਵੇਂ ਸੰਸਾਰੀ ਤੌਰ 'ਤੇ ਵੀ ਬੱਚਾ ਹੁੰਦਾ, ਜੇ ਬੱਚੇ ਨੂੰ ਆਪਦੇ ਪਿਓ ਦਾ ਡਰ ਹੋਵੇ ਤਾਂ ਉਹ ਮਾੜੀ ਸੰਗਤ 'ਚ ਨਹੀਂ ਜਾਂਦਾ, ਕਿਉਂਕਿ ਉਹਨੂੰ ਡਰ ਹੈ ਵੀ ਮੇਰੇ ਕੁੱਟ ਪੈਣੀ ਹੈ। ਜਿਹਨੂੰ ਮਾਂ ਪਿਓ ਦਾ ਡਰ ਨਹੀਂ ਉਹ ਮਾੜੀ ਸੰਗਤ 'ਚ ਜਾਂਦਾ। ਉਹ ਫਿਰ ਮਾੜੀ ਸੰਗਤ 'ਚ ਬੈਠ ਕੇ ਉਹ ਫਿਰ ਨਸ਼ਾ ਕਰਨਾ ਸ਼ੁਰੂ ਕਰ ਦੇਗਾ ਜਾਂ ਹੋਰ ਮਾੜੀਆਂ ਆਦਤਾਂ ਉਹਨੂੰ ਪੈ ਜਾਣਗੀਆਂ, ਕਿਉਂਕਿ ਉਹਨੂੰ ਪਤਾ ਵੀ ਮੈਨੂੰ ਕਿਹੜਾ ਡਰ ਆ ਕਿਸੇ। ਔਰ ਇਸੇ ਤਰ੍ਹਾਂ ਹੀ ਜੇ ਸਾਨੂੰ ਪਰਮਾਤਮਾ ਦਾ ਡਰ ਹੋਵੇ ਵੀ ਉਹ ਹਰ ਸਮੇਂ ਸਾਨੂੰ ਦੇਖ ਰਿਹਾ, ਜੋ ਵੀ ਅਸੀਂ ਬੋਲਾਂਗੇ ਸਾਡੀ ਆਵਾਜ਼ ਪਹਿਲਾਂ ਉਹ ਪਰਮਾਤਮਾ ਵਾਹਿਗੁਰੂ ਸਾਡਾ ਮਾਤਾ ਪਿਤਾ ਉਹ ਸੁਣ ਰਿਹਾ। ਫਿਰ ਅਸੀਂ ਕਿਸੇ ਦੀ ਨਿੰਦਿਆ ਨਹੀਂ ਕਰਾਂਗੇ, ਵੀ ਜੇ ਨਿੰਦਿਆ ਕਰਾਂਗੇ ਤਾਂ ਪਰਮਾਤਮਾ ਸੁਣ ਰਿਹਾ ਵਾਹਿਗੁਰੂ, ਉਹਨੂੰ ਚੰਗੀ ਨਹੀਂ ਲੱਗਦੀ। ਜੇ ਅਸੀਂ ਫਿੱਕੇ ਬੋਲ ਬੋਲਾਂਗੇ, ਮਾੜੇ ਬੋਲ ਬੋਲਾਂਗੇ, ਕਿਸੇ ਦੇ ਔਗਣ ਫਰੋਲਾਂਗੇ, ਉਹ ਪਰਮਾਤਮਾ ਦੇਖ ਰਿਹਾ। ਫਿਰ ਅਸੀਂ ਨਹੀਂ ਫਰੋਲਾਂਗੇ ਕਿਸੇ ਦੇ ਔਗਣ, ਕਿਸੇ ਨੂੰ ਫਿੱਕੇ ਬੋਲ ਨਹੀਂ ਬੋਲਾਂਗੇ। ਫਿਰ ਅਸੀਂ ਐਸਾ ਕੋਈ ਕਰਮ ਕਰਾਂਗੇ ਨਹੀਂ ਵੀ ਜਿਹੜਾ ਸਾਨੂੰ ਪਰਮਾਤਮਾ ਤੋਂ ਦੂਰ ਕਰ ਦੇਵੇ, ਕਿਉਂਕਿ ਸਾਨੂੰ ਭੈ ਹੈ ਪਰਮਾਤਮਾ 'ਚ। ਜਿਹਨੂੰ ਭੈ ਨਹੀਂ ਫਿਰ ਉਹਨੇ ਨਿੰਦਿਆ ਕਰਨੀ, ਉਹਨੇ ਵੈਰ ਵਿਰੋਧ ਕਰਨਾ, ਉਹਨੇ ਦੂਸਰਿਆਂ ਦੇ ਔਗਣ ਫਰੋਲਣੇ। ਉਹਨੂੰ ਇਹ ਆ ਵੀ ਮੈਨੂੰ ਕਿਹੜਾ ਕੋਈ ਦੇਖ। ਫਿਰ ਉਹਨੇ ਈਰਖਾ ਨਫ਼ਰਤ ਕਰਨੀ, ਉਹਨੇ ਫਿੱਕੇ ਬੋਲ ਬੋਲਣੇ ਵੀ ਮੈਨੂੰ ਕਿਹੜਾ ਸੁਣਦਾ ਕੋਈ। ਉਹਨੂੰ ਇਹ ਨਹੀਂ ਪਤਾ ਵੀ ਜਿਹਦੀ ਮੈਂ ਨਿੰਦਿਆ ਕਰਦਾ ਵੀ ਉਹਦਾ ਬੇਸ਼ੱਕ ਸੁਣੇ ਜਾਂ ਨਾ ਸੁਣੇ, ਪਰ ਰੱਬ ਤਾਂ ਸੁਣ ਰਿਹਾ, ਪਰਮਾਤਮਾ ਤਾਂ ਸੁਣ ਰਿਹਾ।
ਤੇ ਪਰਮਾਤਮਾ ਦੀ ਅਸੀਂ ਨਦਰ ਹੇਠ ਆਉਣਾ, ਹੋਰ ਅਸੀਂ ਚੰਗੇ ਬਣ ਕੇ ਦਿਖਾਉਣਾ ਕਿਹਨੂੰ ਸੰਸਾਰ 'ਚ। ਵੀ ਆਪਾਂ ਦੁਨੀਆ ਵਾਸਤੇ ਸਾਰੀ ਸੰਸਾਰ ਲਈ ਆਪਾਂ ਚੰਗੇ ਨਹੀਂ ਹੋ ਸਕਦੇ। ਸਾਰਿਆਂ ਲਈ ਚੰਗੇ ਤਾਂ ਗੁਰੂ ਸਾਹਿਬ ਨਹੀਂ ਹੋਏ, ਭਗਤ ਸਾਰਿਆਂ ਨੂੰ ਚੰਗੇ ਨਹੀਂ ਲੱਗਦੇ। ਹੁਣ ਆਪਾਂ ਕਿਹਨੂੰ ਚੰਗੇ ਬਣ ਕੇ ਦਿਖਾਉਣਾ, ਕਿਹਦੀ ਨਦਰ ਹੇਠ ਆਉਣਾ, ਕੀ ਵੀ ਸਾਨੂੰ ਸੰਸਾਰ ਬਹੁਤ ਚੰਗਾ ਆਖੇ ਵੀ ਇਹ ਬਹੁਤ ਚੰਗੇ ਨੇ ਜੀ। ਸੰਸਾਰ ਦੀਆਂ ਵਡਿਆਈਆਂ ਤਾਂ ਸਾਡੇ ਕਿਸੇ ਕੰਮ ਆਉਣ ਵਾਲੀਆਂ ਨਹੀਂ ਹੈ ਆਖੀ। ਮਾਰੇ ਕਹਿੰਦੇ ਦੁਨੀਆ ਕੀਆਂ ਵਡਿਆਈਆਂ ਆਵੇ ਕਬਣੇ ਕੰਮ। ਬਈ ਅਸੀਂ ਨਦਰ ਹੇਠ ਆਉਣਾ ਪਰਮਾਤਮਾ ਦੀ, ਵਾਹਿਗੁਰੂ ਦੀ, ਵੀ ਅਸੀਂ ਉਹਨੂੰ ਕਿਵੇਂ ਚੰਗੇ ਲੱਗੀ, ਬਈ ਉਹਨੂੰ ਅਸੀਂ ਕਿਵੇਂ ਪਿਆਰੇ ਲੱਗੀਏ, ਅਸੀਂ ਉਹਨੂੰ ਕਿਵੇਂ ਸੋਹਣੇ ਲੱਗੀਏ, ਕਿਵੇਂ ਅਸੀਂ ਉਹਨੂੰ ਭਾ ਜਾਈਏ। ਉਹਦੇ ਵਾਸਤੇ ਫਿਰ ਇਹ ਆਪਾਂ ਸਾਰਾ ਜਿਹੜਾ ਮਨ ਦਾ ਹਾਰ ਸ਼ਿੰਗਾਰ ਉਹ ਕਰਦੇ ਵੀ ਤਾਂ ਕਿ ਸਾਡੇ ਮਨ ਦੀ ਛੇਜ 'ਤੇ ਪਰਮਾਤਮਾ ਆ ਜੇ, ਵਾਹਿਗੁਰੂ ਆ ਜੇ, ਵੀ ਤਾਂ ਕਿ ਸਾਡਾ ਉਹਦੇ ਨਾਲ ਮਿਲਾਪ ਹੋ ਜੇ। ਹੁਣ ਜੇ ਤਾਂ ਮਾਲਕ ਸਾਡੇ ਹਿਰਦੇ 'ਚ ਆ ਗਏ ਆ, ਵਸ ਗਏ ਆ, ਫਿਰ ਤਾਂ ਸਾਡੀ ਕੀਤੀ ਹੋਈ ਘਾਲਣਾ, ਸਾਡਾ ਕੀਤਾ ਹੋਇਆ ਸਾਰਾ ਹਾਰ ਸ਼ਿੰਗਾਰ ਉਹ ਪ੍ਰਵਾਨ ਹੋ ਗਿਆ, ਕਿਉਂਕਿ ਜਿਹਦੇ ਵਾਸਤੇ ਕੀਤਾ ਸੀ ਉਹ ਖੁਸ਼ ਹੋ ਕੇ ਉਹ ਆ ਗਿਆ ਘਰ ਦੇ ਵਿੱਚ। ਜੇ ਹੁਣ ਉਹ ਘਰ 'ਚ ਆਇਆ ਹੀ ਨਹੀਂ, ਅਸੀਂ ਉਹਨੂੰ ਭਾਈ ਨਹੀਂ, ਫਿਰ ਕੀਤਾ ਹੋਇਆ ਸਾਰਾ ਹਾਰ ਸ਼ਿੰਗਾਰ ਜਿਹੜਾ ਵਿਅਰਥ ਹੀ ਚਲਾ ਗਿਆ। ਮਹਾਰਾਜ ਇਸ ਲਈ ਫਰਮਾਉਂਦੇ, ਜੇ ਘਰ ਆਵੇ ਕੰਤ ਤਾਂ ਸਭ ਕੁਛ ਪਾਈਏ, ਹਰਿਆ ਕੰਤੇ ਵਾਜ ਸ਼ਿੰਗਾਰ ਸਭ ਵਿਅਰਥਾ ਜਾਈਏ। ਬਈ ਜੇ ਤਾਂ ਮਾਲਕ ਘਰ 'ਚ ਆ ਗਿਆ ਤੇ ਸਾਰਾ ਕੁਛ ਹੀ ਮਿਲ ਗਿਆ, ਕਿਉਂਕਿ ਜਿਹਦੇ ਵਾਸਤੇ ਸਾਰਾ ਹਾਰ ਸ਼ਿੰਗਾਰ ਕੀਤਾ ਸੀ ਉਹ ਪਤੀ ਪਰਮੇਸ਼ਰ ਘਰ 'ਚ ਆ ਗਿਆ। ਜੇ ਹੁਣ ਉਹ ਆਇਆ ਹੀ ਨਹੀਂ, ਜੇ ਅਸੀਂ ਉਹਨੂੰ ਭਾਈ ਨਹੀਂ, ਤੇ ਫਿਰ ਤਾਂ ਕੀਤਾ ਹੋਇਆ ਸਾਰਾ ਵਿਅਰਥ ਹੀ ਚੱਲ ਗਿਆ। ਹੁਣ ਇਸ ਵਾਸਤੇ ਮਹਾਰਾਜ ਸਮਝਾਉਂਦੇ ਵੀ ਅਸੀਂ ਪਰਮਾਤਮਾ ਨੂੰ ਭਾਉਣਾ, ਨਿਰੰਕਾਰ ਨੂੰ, ਤੇ ਉਹ ਫਿਰ ਅਸੀਂ ਕਿਹੜਾ ਕਰਮ ਕਰੀਏ ਵੀ ਤਾਂ ਕਿ ਅਸੀਂ ਪਰਮਾਤਮਾ ਨੂੰ ਚੰਗੇ ਲੱਗੀਏ, ਕਿਹੜਾ ਹਾਰ ਸ਼ਿੰਗਾਰ ਕਰੀਏ। ਉਹ ਫਿਰ ਅਸੀਂ ਉਹਨਾਂ ਸੁਹਾਗਣਾਂ ਤੋਂ ਪੁੱਛਣਾ, ਗੁਰਮੁਖਾਂ 'ਚ, ਵੀ ਜਿਨ੍ਹਾਂ ਨੇ ਮਾਲਕ ਨਾਲ ਮਿਲਾਪ ਕਰ ਲਿਆ, ਵੀ ਤੁਸੀਂ ਸਾਨੂੰ ਦੱਸੋ ਵੀ ਤੁਸੀਂ ਕਿਹੜਾ ਸ਼ਿੰਗਾਰ ਕੀਤਾ, ਵੀ ਕਿਵੇਂ ਤੁਹਾਡੇ ਉੱਤੇ ਮਾਲਕ ਖੁਸ਼ ਹੋ ਗਿਆ, ਵੀ ਕਿਵੇਂ ਉਹਨੇ ਤੁਹਾਡੇ 'ਤੇ ਪ੍ਰਤੀਤ ਕਰ ਲਈ, ਵੀ ਸਾਨੂੰ ਤੁਸੀਂ ਦੱਸੋ। ਇਹ ਮਾਰੇ ਫਰਮਾਉਂਦੇ, ਪੁੱਛੋ ਜਾਏ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ, ਵੀ ਤੁਸੀਂ ਕਿਹੜੇ ਗੁਣ ਧਾਰਨ ਕੀਤੇ ਆਪਦੇ ਅੰਦਰ। ਫਿਰ ਉਹ ਆਪਾਂ ਨੂੰ ਦੱਸਦੇ, ਕਹਿੰਦੇ ਸਹਿਜ ਸ਼ਿੰਗਾਰ ਬਣਾਈ ਆ ਮਿੱਠਾ ਬੋਲਣੀ, ਪੈਰ ਰਸਾਲੂ ਤਾਂ ਮਿਲੇ ਜੇ ਗੁਰ ਕਾ ਸ਼ਬਦ ਸੁਣੀ। ਉਹ ਫਿਰ ਗੁਰਮੁਖ ਸੁਹਾਗਣ ਜਿਨ੍ਹਾਂ ਨੂੰ ਸੰਤ ਸਾਧੂ ਭਗਤ ਗੁਰਸਿੱਖ ਗੁਰਮੁਖ ਆਖੀਏ, ਫਿਰ ਉਹ ਆਪਾਂ ਨੂੰ ਦੱਸਦੇ ਵੀ ਅਸੀਂ ਸਹਿਜ ਵਿੱਚ ਰਹਿਣਾ ਸ਼ੁਰੂ ਕੀਤਾ, ਸਹਿਜ ਵਾਲਾ ਸ਼ਿੰਗਾਰ ਕੀਤਾ, ਮਿੱਠਾ ਬੋਲਣਾ ਸ਼ੁਰੂ ਕੀਤਾ, ਕਦੇ ਕਿਸੇ ਨੂੰ ਫਿੱਕਾ ਨਹੀਂ ਬੋਲੇ। ਜਿਹੜੇ ਸਾਂਝ ਸੀ ਉਹ ਗੁਣਾਂ ਦੀ ਪਾਈ, ਕਦੇ ਕਿਸੇ ਦੇ ਔਗਣ ਨਹੀਂ ਦੇਖੀ, ਕਦੇ ਕਿਸੇ ਦੇ ਔਗਣ ਫਰੋਲੇ ਨਹੀਂ, ਕਦੇ ਕਿਸੇ ਦੇ ਔਗਣ ਗਾਹ ਨਹੀਂ ਦੱਸੇ, ਕਿਉਂਕਿ ਔਗਣਾਂ ਦੀ ਸਾਂਝ ਪਾਈ ਹੋਈ ਨਹੀਂ। ਵੀ ਸਾਂਝ ਹੈ ਜਿਹੜੀ ਗੁਣਾਂ ਦੀ ਪਾਈ ਮਾਲਕ ਦੀ, ਸਾਂਝ ਕੀਜੇ ਗੁਣਾ ਕੇਰੀ ਛੋੜ ਔਗਣ ਚੱਲੀਏ। ਬਈ ਔਗਣਾਂ ਨੂੰ ਛੱਡ ਕੇ ਗੁਣਾਂ ਦੀ ਸਾਂਝ, ਤੇ ਫਿੱਕਾ ਬੋਲ ਨਹੀਂ ਕਦੇ ਬੋਲਿਆ, ਮਿੱਠਾ ਬੋਲਣਾ ਸ਼ੁਰੂ ਕੀਤਾ। ਤੇ ਫਿਰ ਜਦੋਂ ਆਪਾਂ ਸ਼ਿੰਗਾਰ ਕਰਦੇ ਮਨ ਦਾ, ਤੇ ਫਿਰ ਉਹ ਪਤੀ ਮਾਲਕ ਨੂੰ ਅਸੀਂ ਭਾਉਂਦੇ ਹਾਂ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਸਾਰੀ ਘਾਲਣਾ ਜਿਹੜੀ ਅਸੀਂ ਘਾਲਦੇ ਹਾਂ, ਇਸੇ ਵਾਸਤੇ ਵੀ ਅਸੀਂ ਮਾਲਕ ਪਰਮਾਤਮਾ ਦੀ ਨਜ਼ਰ ਹੇਠ ਆ ਜਾਈਏ, ਵੀ ਉਹ ਸਾਡੇ 'ਤੇ ਪ੍ਰਸੰਨ ਹੋ ਕੇ ਸਾਡੇ ਨਾਲ ਮਿਲਾਪ ਕਰ ਲਵੇ। ਜੇ ਹੁਣ ਉਹਦੀ ਅਸੀਂ ਨਜ਼ਰ ਹੇਠ ਆਏ ਨਹੀਂ, ਫਿਰ ਸੰਸਾਰ ਦੀਆਂ ਵਡਿਆਈਆਂ ਤਾਂ ਕਿਸੇ ਕੰਮ ਆਉਣ ਵਾਲੀਆਂ। ਮਹਾਰਾਜ ਤਾਈਓ ਸਾਨੂੰ ਗੁਰੂ ਨਾਨਕ ਦੇਵ ਜੀ ਰੋਜ਼ ਸਮਝਾਉਂਦੇ
ਬਈ ਕਿਸੇ ਜੀਵ ਦਾ ਕਿੰਨਾ ਵੀ ਨਾ ਹੋ ਜੇ ਇਸ ਖੰਡ 'ਤੇ ਕੀ ਹੋਰਾਂ 9 ਖੰਡਾਂ 'ਚ, ਅਤੇ ਕਿੰਨੀ ਲੰਮੀ ਉਹਦੀ ਆਰਜੂ ਹੋ ਜੇ ਉਮਰ, 4 ਯੁੱਗ ਤੋਂ 40 ਯੁੱਗਾਂ ਤੱਕ ਐਡੀ ਵੱਡੀ ਉਹਦੀ ਉਮਰ ਹੋ ਜੀ, 9 ਖੰਡਾਂ ਦੇ ਵਿੱਚ ਉਹਦਾ ਨਾਂ ਚੱਲੇ ਅਤੇ ਸਾਰੇ ਜੀਵ ਉਹਦੀ ਵਡਿਆਈ ਕਰਨ, ਉਹਦੀ ਸ਼ੋਭਾ ਕਰਨ। ਪਰ ਜੇ ਉਹ ਮਾਲਕ ਦੀ ਨਜ਼ਰ ਹੇਠ ਨਾ ਆਇਆ ਅਤੇ ਅਖੀਰ ਨੂੰ ਫਿਰ ਉਹਨੂੰ ਕੀੜਿਆਂ 'ਚ ਕੀੜਾ ਬਣਾ ਕੇ ਛੱਡ ਦੇਣਗੇ। ਫਿਰ ਇੰਨਾ ਸਾਰਾ ਕੁਛ ਅਡੰਬਰ ਰਚੇ ਦਾ ਸਾਨੂੰ ਕੀ ਲਾਭ ਹੋਇਆ, ਕੀ ਫਾਇਦਾ ਹੋਇਆ ਸਾਨੂੰ। ਮਹਾਰਾਜ ਇਸ ਲਈ ਫਰਮਾਉਂਦੇ, ਜੇ ਜੁਗ ਚਾਰੇ ਆਰਜਾਂ ਹੋਰ ਦਸੂਣੀ ਹੋਈ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਈ, ਚੰਗਾ ਨਾਉ ਰਖਾਏ ਕੇ ਜਸ ਕੀਰਤ ਜਗ ਲਈ। ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਬਈ ਜੇ ਸਾਨੂੰ ਇੰਨਾ ਸਾਰਾ ਕੁਛ ਕਰਕੇ ਵੀ ਫਿਰ ਵੀ ਕੀੜਿਆਂ 'ਚ ਕੀੜਾ ਬਣਾ ਕੇ ਹੀ ਛੱਡਣਾ ਹੈ, ਫਿਰ ਸਾਨੂੰ ਇਹ ਸਾਰਾ ਸੰਸਾਰ ਦੀਆਂ ਵਡਿਆਈਆਂ ਦਾ ਕੀ ਲਾਭ ਹੋਇਆ, ਕੀ ਸਾਨੂੰ ਲਾਹਾ ਮਿਲਿਆ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਇਹ ਸੰਸਾਰ ਦੀਆਂ ਵਡਿਆਈਆਂ ਜਿਹੜੀਆਂ ਝੂਠੀਆਂ, ਵਡਿਆਈ ਸਾਨੂੰ ਇੱਕ ਮਿਲਦੀ ਸਤਿਗੁਰਾਂ ਤੋਂ, ਜਿਵੇਂ ਕਿ ਰਬਾਣੀ ਗੁਰੂ ਸਤਿਗੁਰੂ ਸਾਨੂੰ ਵਡਿਆਈਆਂ ਦਿੰਦੇ, ਉਹ ਵਡਿਆਈਆਂ ਉਹਨਾਂ ਗੁਰਮੁਖਾਂ ਨੂੰ ਦਿੰਦੇ ਫਿਰ ਜਿਹੜੇ ਮਾਲਕ ਨੂੰ ਧਿਆਉਣ ਸੀ, ਜਿਹੜੇ ਉਹਦਾ ਸਿਮਰਨ ਕਰਦੇ, ਜਿਹੜੇ ਭਗਤੀ ਕਰਦੇ, ਫਿਰ ਉਹਨਾਂ ਨੂੰ ਵਡਿਆਈਆਂ ਦਿੰਦੇ। ਮਹਾਰਾਜ ਜਿਵੇਂ ਸਮਝਾਉਂਦੇ ਵੀ ਉਹ ਰਸਨਾ ਧਨ ਹੈ, ਜਿਹੜੀ ਰਸਨਾ ਮਾਲਕ ਦੇ ਗੁਣ ਗਾਉਂਦੀ, ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਹਰ ਪ੍ਰਭ ਕੇਰੇ ਗਾਵੇ ਰਾਮ। ਵੀ ਉਹ ਰਸਨਾ ਧਨ ਜਿਹੜੀ ਮਾਲਕ ਦੇ ਗੁਣ ਗਾਉਂਦੀ, ਉਹ ਮੁੱਖ ਧਨ ਜਿਹੜਾ ਪਰਮਾਤਮਾ ਦੇ ਗੁਣ ਗਾਉਂਦਾ। ਕਬੀਰ ਸੋਈ ਮੁੱਖ ਧਨ ਹੈ ਜੈ ਮੁਖ ਕਹੀਏ ਰਾਮ। ਵੀ ਉਹ ਮੁੱਖ ਧਨ ਜਿਹੜਾ ਮੁੱਖ ਮਾਲਕ ਦਾ ਨਾਮ ਜਪਦਾ, ਉਹਦੇ ਗੁਣ ਗਾਉਂਦਾ, ਉਹਦਾ ਸਿਮਰਨ ਕਰਦਾ। ਹੁਣ ਇਸ ਵਾਸਤੇ ਆਪਾਂ ਨੂੰ ਸਮਝਾਉਂਦੇ ਵੀ ਅਸੀਂ ਇਹ ਸਾਰਾ ਕੁਛ ਤਾਂ ਕਰਦੇ ਵੀ ਅਸੀਂ ਮਾਲਕ ਦੀ ਨਜ਼ਰ ਹੇਠ ਆ ਜਾਈਏ, ਵੀ ਅਸੀਂ ਉਹਨੂੰ ਚੰਗੇ ਲੱਗੀਏ। ਹੁਣ ਇੱਕ ਤਾਂ ਹੁੰਦਾ ਮਾਇਆ ਦਾ ਲਿਬਾਸ, ਮਨ ਨੇ ਪਾਇਆ ਹੋਇਆ ਜਿਹੜਾ ਮਨਮੁਖ ਹੈ, ਉਹ ਜਿਹੜਾ ਫਿਰ ਲਿਬਾਸ ਪਾਉਂਦਾ, ਉਹਨੇ ਲੋਭ ਦਾ ਜਿਹੜਾ ਝੋਲਾ ਰੰਗ ਕੇ ਪਾਇਆ ਹੁੰਦਾ। ਉਹ ਕੁਛ ਕਰਨ ਵਾਸਤੇ ਮਾਇਆ ਨੂੰ, ਇਹ ਕਾਲ ਨੂੰ, ਇਹਨਾਂ 5 ਦੂਤਾਂ ਨੂੰ, ਜਦੋਂ ਅਸੀਂ ਝੋਲਾ ਪਹਿਨੇ ਅਤੇ ਉਦੋਂ ਫਿਰ ਮਾਲਕ ਸਾਡੇ ਮਨ ਦੀ ਛੇਜ 'ਤੇ ਨਹੀਂ ਹੁੰਦਾ। ਮਹਾਰਾਜ ਇਸ ਲਈ ਫਰਮਾਉਂਦੇ, ਇਹ ਤਨ ਵੀ ਜਿਹੜਾ ਇਹ ਲੋਭ ਦਾ ਕੱਪੜਾ ਰੰਗ ਕੇ ਪਾ ਲੇ, ਇਹ ਤਨ ਮਾਇਆ ਆਇਆ ਲੀਤੜਾ ਪਿਆਰੇ ਲੱਭ ਰੰਗਾਈ, ਮੇਰੇ ਕੰਤ ਨਾ ਭਾਵੇ ਝੋਲੜਾ ਪਿਆਰੇ, ਕਿਉਂ ਤਨ ਛੇਜੇ ਜਾਏ। ਵੀ ਜਦੋਂ ਤਾਂ ਇਹਨੇ ਇਹ ਪਾਇਆ ਝੋਲਾ ਰੰਗ ਤੇ ਲੋਭ ਦਾ ਕੱਪੜਾ ਚੜ੍ਹਾਇਆ, ਫਿਰ ਉਦੋਂ ਸਾਡੀ ਸੇਜ ਦੇ ਉੱਤੇ ਮਾਲਕ ਨਹੀਂ ਆਉਂਦਾ, ਕਿਉਂਕਿ ਇਹ ਅਸੀਂ ਪਾਇਆ ਇਹਨਾਂ ਨੂੰ ਖੁਸ਼ ਕਰਨ ਵਾਸਤੇ 5 ਦੂਤਾਂ, ਕਾਮ ਕ੍ਰੋਧ ਲੋਭ ਹੰਕਾਰ। ਹੁਣ ਜਦੋਂ ਅਸੀਂ ਮਨ ਵਾਸਤੇ ਜਿਹੜਾ ਰੰਗ ਫਿਰ ਉਹ ਮਜੀਠ ਦਾ ਚੜ੍ਹਾਵਾਂਗੇ, ਪੱਕਾ ਰੰਗ, ਉਹ ਰੰਗ ਜਿਹੜਾ ਉਹ ਫਿਰ ਮਾਲਕ ਨੂੰ ਭਾਉਂਦਾ, ਫਿਰ ਮਾਲਕ ਸਾਡੇ ਮਨ ਦੀ ਛੇਜ ਦੇ ਉੱਤੇ ਆਉਂਦਾ। ਤਾਂਹੀਓ ਫਿਰ ਸਾਨੂੰ ਸਮਝਾਉਂਦੇ ਵੀ ਇਹ ਮਾਇਆ ਦੇ ਜਿਹੜੇ ਰੰਗ ਇਹ ਫਿੱਕੇ ਨੇ, ਇਹਨੂੰ ਕਸੁੰਭ ਦਾ ਰੰਗ ਕਹਿੰਦੇ, ਕੱਚਾ ਰੰਗ, ਵੀ ਇਹ ਸਦਾ ਨਹੀਂ ਰਹਿੰਦਾ, ਇਹ ਰੰਗ ਲੈ ਜਾਂਦੇ, ਰੰਗ ਉੱਡ ਜਾਂਦੇ ਨੇ। ਮਹਾਰਾਜ ਕਹਿੰਦੇ ਕੱਚਾ ਰੰਗ ਕਸੁੰਭ ਕਾ ਥੋੜੜੇ ਆਉਂਦੇ ਨੇ 4। ਵੀ ਇਹ ਕੱਚਾ ਰੰਗ ਜਿਹੜਾ ਮਾਇਆ ਦਾ ਕਸੁੰਭ ਦਾ 4 ਦਿਨਾਂ ਦਾ ਰੰਗ, ਇਹ ਸਦਾ ਨਹੀਂ ਟਿਕਿਆ ਰਹਿੰਦਾ। ਜਿਵੇਂ ਆਪਾਂ ਸੰਸਾਰ 'ਚ ਦੇਖਦੇ ਵੀ ਇਹ ਸਰੀਰ ਮਾਇਆ ਹੈ, ਇਹਦੇ ਵਿੱਚ ਬਦਲਾਅ ਆਉਂਦਾ ਰਹਿੰਦਾ। ਜੇ ਹੁਣ ਆਪਾਂ ਬੱਚੇ ਸੀ ਅਤੇ
ਤੇ ਆਖੀਏ ਵੀ ਅਸੀਂ ਬੱਚੇ ਹੀ ਰਹੀਏ, ਬੱਚਾ ਨਹੀਂ ਰਹਿੰਦਾ, ਜਵਾਨ ਹੋ ਜਾਣ। ਫਿਰ ਜਦੋਂ ਜਵਾਨ ਹੋ ਗਿਆ ਉਹ ਆਖੇ ਵੀ ਮੈਂ ਸਦਾ ਜਵਾਨ ਹੀ ਰਵਾਂ, ਤੇ ਵੀ ਵਡੇਪਾ ਵੀ ਆ ਜਾਂਦਾ, ਕਿਉਂਕਿ ਇਹਦੇ ਵਿੱਚ ਬਦਲਾਓ ਹੈ ਵੀ ਇਹ ਮਾਇਆ ਦੇ ਰੰਗ ਜਿਹੜੇ ਸਦਾ ਇੱਕੋ ਜਿਹੇ ਨਹੀਂ ਰਹਿੰਦੇ, ਬਦਲਦੇ ਰਹਿੰਦੇ। ਹੁਣ ਜਿਹੜਾ ਰੰਗ ਸਾਨੂੰ ਸਤਿਗੁਰੂ ਕਹਿ ਰਹੇ, ਉਹ ਪੱਕਾ ਰੰਗ ਮਜੀਠ ਦਾ, ਉਹ ਜਦੋਂ ਚੜ੍ਹ ਜਾਂਦਾ ਉਹ ਲਹਿੰਦਾ ਨਹੀਂ, ਉਹ ਫਿੱਕਾ ਨਹੀਂ ਪੈਂਦਾ। ਉਹ ਰੰਗ ਨਾ ਤਾਂ ਕਦੇ ਮੈਲਾ ਹੁੰਦਾ ਤੇ ਨਾ ਉਹਨੂੰ ਕਦੇ ਦਾਗ ਲੱਗਦਾ। ਇਹ ਮਾਇਆ ਦੇ ਰੰਗ ਇਹ ਤਾਂ ਮੈਲੇ ਹੋ ਜਾਂਦੇ, ਦਾਗੀ ਹੋ ਜਾਂਦੇ। ਮਹਾਰਾਜ ਇਸ ਲਈ ਫਿਰ ਸਮਝਾਉਂਦੇ ਵੀ ਜਿਨ੍ਹਾਂ ਦੇ ਉੱਤੇ ਉਹ ਰੰਗ ਚੜ੍ਹ ਗਿਆ ਵੀ ਉਹ ਵੱਡੇ ਭਾਗਾਂ ਵਾਲੇ ਨੇ, ਉਹ ਵਡਭਾਗੀ। ਉਹਨੂੰ ਕਹਿੰਦੇ ਮਜੀਠ ਦਾ ਰੰਗ, ਜਿਵੇਂ ਮਿਸਾਲ ਦਿੱਤੀ ਵੀ ਗੂੜਾ ਰੰਗ, ਲਾਲ ਰੰਗ। ਲਾਲ ਰੰਗ ਤਿਸਕੋ ਲਗਾ ਜਿਸ ਕੀ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ। ਵੀ ਉਹ ਕਦੇ ਮੈਲਾ ਨਹੀਂ ਹੁੰਦਾ, ਨਾ ਉਹਨੂੰ ਕਦੇ ਦਾਗ ਲੱਗਦਾ। ਹੁਣ ਤਾਂ ਫਿਰ ਸਾਨੂੰ ਕਹਿੰਦੇ ਵੀ ਇਹ ਰੰਗ ਚੜਾਓ, ਮਜੀਠ ਦਾ ਰੰਗ। ਵੀ ਇਹ ਜਦੋਂ ਚੜਾਵਾਂਗੇ ਤੇ ਇਹ ਲੱਥੇਗਾ ਨਹੀਂ। ਆਇਆ ਰੰਗਣ ਜੇਥੀਏ ਪਿਆਰੇ, ਪਾਈਏ ਨਾਉ ਮਜੀਠ। ਰੰਗਣ ਵਾਲਾ ਜੇ ਰੰਗੇ ਸਾਹਿਬ, ਐਸਾ ਰੰਗ ਨਾ ਡੀਠ। ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿੰਨਾ ਕੀ ਪਾਸ। ਧੂੜ ਤਿੰਨਾ ਕੀ ਜੇ ਮਿਲੇ ਜੀ ਕਹੋ, ਨਾਨਕ ਕੀ ਅਰਦਾਸ। ਬਈ ਜੇ ਸਾਨੂੰ ਉਹ ਰੰਗੇ ਹੋਇਆਂ ਦੀ ਧੂੜੀ ਮਿਲ ਜੇ, ਜਿਨ੍ਹਾਂ ਦੇ ਮਜੀਠ ਦਾ ਰੰਗ ਚੜ੍ਹੇ, ਜੇ ਉਹ ਰੰਗੇ ਹੋਇਆਂ ਦੀ ਸਾਨੂੰ ਧੂੜੀ ਮਿਲ ਜੇ ਤੇ ਆਪਣੇ 'ਤੇ ਵੀ ਰੰਗ ਚੜ੍ਹ ਜਾਂਦਾ। ਸੋ ਇਸ ਵਾਸਤੇ ਫਿਰ ਆਪਾਂ ਉਹਨਾਂ ਦੀ ਧੂੜੀ ਮੰਗਦੇ, ਰੰਗੇ ਹੋਇਆਂ ਦੀ, ਸੰਤਾਂ ਦੀ। ਜੋ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਰੋਜ਼ ਸਮਝਾਉਂਦੇ, ਅੰਤਰਜਾਮੀ ਪੁਰਖ ਵਿਦਾਤੇ, ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੇ, ਮੁੱਖ ਕਰ ਸੰਤਨ ਕੀ ਧੂਰੇ। ਬਈ ਅਸੀਂ ਸੰਤਾਂ ਦੀ ਧੂੜੀ ਹੋ ਜੀ, ਉਹਨਾਂ ਦੀ ਸਾਨੂੰ ਧੂੜੀ ਮਿਲ ਜੇ। ਧੂੜੀ ਕੀ ਵੀ ਉਹਨਾਂ ਦੇ ਬਚਨ, ਉਹਨਾਂ ਦੀ ਸਾਨੂੰ ਸਤ ਸੰਗਤ ਮਿਲ ਜੇ। ਜਦੋਂ ਸਾਨੂੰ ਉਹਨਾਂ ਦਾ ਸੰਗ ਹੁੰਦਾ ਤੇ ਉਹਨਾਂ ਦੇ ਬਚਨਾਂ ਦੀ ਧੂੜੀ ਜਦੋਂ ਸਾਡੇ ਉੱਤੇ ਪੈਂਦੀ, ਉਹਦੇ ਨਾਲ ਫਿਰ ਸਾਡਾ ਇਹ ਮਾਇਆ ਦਾ ਰੰਗ ਲੈਂਦਾ ਤੇ ਸਾਡੇ ਉੱਤੇ ਪੱਕਾ ਰੰਗ ਚੜ੍ਹਦਾ ਮਜੀਠ। ਔਰ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਐਸੇ ਗੁਰਸਿੱਖਾਂ ਦੀ ਜੇ ਸਾਨੂੰ ਧੂੜੀ ਮਿਲ ਜੇ, ਜਿਹੜਾ ਸਾਡਾ ਮਨ ਪਾਪੀ ਹੋ ਗਿਆ, ਇਹ ਪਾਪੀ ਮਨ ਦੀ ਵੀ ਗਤੀ ਹੋ ਜਾਂਦੀ, ਇਹ ਵੀ ਮੁਕਤ ਹੋ ਜਾਂਦੀ। ਮਾਰੇ ਫਰਮਾਉਂਦੇ ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀਗਤ ਪਾਹੀ। ਵੀ ਜਿਹੜਾ ਸਾਡਾ ਮਨ ਪਾਪੀ ਹੋ ਗਿਆ, ਇਹਦੀ ਵੀ ਮੈਲ ਲੱਥ ਜੀ। ਉਹਦੇ ਵਾਸਤੇ ਫਿਰ ਇਹ ਆਪਾਂ ਜਦੋਂ ਸਤ ਸੰਗਤ ਕਰਦੇ ਹਾਂ, ਸਤਿਗੁਰਾਂ ਦੀ ਵਿਚਾਰ ਕਰਦੇ ਹਾਂ, ਇੱਕ ਜਾਣਾ ਆਪਾਂ ਵਿਚਾਰ ਕਰਦੇ ਹਾਂ, ਬਾਕੀ ਆਪਾਂ ਧਿਆਨ ਦੇ ਨਾਲ ਸੁਣਦੇ ਹਾਂ। ਇਹ ਬਚਨਾਂ ਦੀ ਧੂੜੀ ਜਦੋਂ ਸਾਡੇ 'ਤੇ ਪੈਂਦੀ, ਇਹਦੇ ਨਾਲ ਸਾਡੇ ਮਨ ਦੀ ਮੈਲ ਉਤਰਦੀ। ਮਹਾਰਾਜ ਫਰਮਾਉਂਦੇ ਮਨ ਤਨ ਧੋਵੇ ਸ਼ਬਦ ਵਿਚਾਰੀ। ਬਈ ਸਾਡਾ ਮਨ ਵੀ ਅਤੇ ਮਨ ਦਾ ਤਨ ਵੀ ਦੋਵੇਂ ਧੋਤੇ ਜਾਂਦੇ ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ, ਸ਼ਬਦ ਦੀ ਵਿਚਾਰ ਸੁਣਾਂਗੇ ਅਤੇ ਸਾਡਾ ਮਨ ਅਤੇ ਮਨ ਦਾ ਤਨ ਧੋਤਾ ਜਾਣ। ਜਦੋਂ ਆਪਾਂ ਸਿਮਰਨ ਕਰਦੇ ਹਾਂ, ਇਹਦੇ ਨਾਲ ਵੀ ਸਾਡਾ ਮਨ ਧੋਤਾ ਜਾਂਦਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਵੀ ਜਿਉਂ-ਜਿਉਂ ਅਸੀਂ ਸਿਮਰਨ ਕਰਾਂਗੇ ਅਤੇ ਉਹਦੇ ਅਸੀਂ ਸੁਖੀ ਹੁੰਦੇ ਜਾਵਾਂਗੇ। ਉਹਦੇ ਸਾਡੇ ਜਿਹੜੇ ਮਨ ਦੇ ਕਲਾ ਕਲੇਸ਼, ਇਹ ਕਲਾ ਕਲੇਸ਼ ਖਤਮ ਹੁੰਦੇ ਜਾਣਗੇ। ਜਿਉਂ-ਜਿਉਂ ਕਲਾ ਕਲੇਸ਼ ਖਤਮ ਹੋਣਗੇ ਅਤੇ ਉਹਦੇ ਅਸੀਂ ਸੁਖੀ ਹੋ ਜਾਵਾਂਗੇ। ਮਹਾਰਾਜ ਤਾਂਹੀਓ ਆਪਾਂ ਨੂੰ ਫਰਮਾਉਂਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਨਾਹੀਂ ਮਿਟਾਵੋ। ਇਹ ਹੁਣ ਸੁਖੀ ਹੋਣ ਦਾ ਤਰੀਕਾ, ਜਿਹੜਾ ਸਾਰਾ ਜਗਤ ਸੁੱਖ ਮੰਗਦਾ ਨਾ, ਵੀ ਆਪਾਂ ਕਹਿੰਦੇ ਵੀ ਸਾਨੂੰ ਸੁੱਖ ਦਿਓ ਜੀ। ਮਹਾਰਾਜ ਕਹਿੰਦੇ ਸੁਖੀ ਹੋ ਜਾਓ, ਸਿਮਰਨ ਕਰੋ, ਤੁਹਾਨੂੰ ਸੁੱਖ ਮਿਲੇਗਾ।
ਹੁਣ ਉਹ ਸਾਡੇ 'ਤੇ ਆ ਵੀ ਅਸੀਂ ਗੁਰੂ ਦਾ ਬਚਨ ਮੰਨਦੇ ਕਿ ਨਹੀਂ ਮੰਨਦੇ। ਜਿਵੇਂ ਹੁਣ ਆਪਾਂ ਦੇਖਦੇ ਹਾਂ ਵੀ ਜੀਵ ਇੱਥੇ ਗੁਰੂ ਘਰ ਆਉਂਦੇ ਜਾਂ ਆਪਾਂ ਘਰਾਂ 'ਚ ਗੁਰੂ ਸਾਹਿਬ ਲੈ ਜਾਂਦੇ ਅਤੇ ਉੱਥੇ ਜੀਵ ਇਹੀ ਆਪਾਂ ਕਹਿੰਦੇ ਕਾਹਦੇ ਵਾਸਤੇ ਪਾਠ ਕਰੇ, ਖੁਸ਼ੀਨਾਮੇ ਕਰਾਏ ਜੀ, ਖੁਸ਼ੀ ਵਾਸਤੇ, ਸ਼ੁਕਰਾਨੇ ਵਾਸਤੇ, ਜਾਂ ਕਹਿ ਲਓ ਜਾਂ ਘਰ ਦੇ ਵਿੱਚ ਸੁੱਖ ਸ਼ਾਂਤੀ ਰਵੇ ਜੀ, ਇਸ ਵਾਸਤੇ। ਅਤੇ ਜਦੋਂ ਅਸੀਂ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਵੀ ਸਾਨੂੰ ਸੁੱਖ ਦਿਓ ਜੀ, ਉਹ ਕਹਿੰਦੇ ਵੀ ਸੁਖੀ ਹੋਣਾ ਤੇ ਸਿਮਰਨ ਕਰ। ਹੁਣ ਜੇ ਤਾਂ ਅਸੀਂ ਗੁਰੂ ਦਾ ਇਹ ਬਚਨ ਮੰਨਾਂਗੇ ਫਿਰ ਤਾਂ ਅਸੀਂ ਸੁਖੀ ਹੋ ਜਾਵਾਂਗੇ। ਜੇ ਹੁਣ ਅਸੀਂ ਇਹ ਵਚਨ ਮੰਨੇ ਹੀ ਨਹੀਂ ਫਿਰ ਅਸੀਂ ਆਖਾਂਗੇ ਵੀ ਅਸੀਂ ਤਾਂ ਪਾਠ ਵੀ ਕਰਾਇਆ ਜੀ, ਸੁੱਖ ਨਹੀਂ ਹੋਇਆ, ਘਰ ਦੇ ਵਿੱਚ ਸ਼ਾਂਤੀ ਨਹੀਂ ਆਈ। ਮਾਰੇ ਕਹਿੰਦੇ ਤੁਸੀਂ ਜੋ ਤੁਹਾਨੂੰ ਆਖਿਆ ਸੀ ਉਹ ਤਾਂ ਕੀਤਾ ਨਹੀਂ ਤੁਸੀਂ, ਵੀ ਜਿਹੜਾ ਤੁਹਾਨੂੰ ਆਪਾ ਦੱਸਿਆ ਸੀ ਵੀ ਆਹ ਆਪਾ ਕਰ, ਵੀ ਹੋਰ ਸੰਸਾਰ ਦਾ ਕੋਈ ਆਪਾ ਨਹੀਂ। ਜਿਵੇਂ ਅਸੀਂ ਕਹਿੰਦੇ ਹਾਂ ਵੀ ਅਸੀਂ ਜੀ ਸੰਸਾਰ ਦੀਆਂ ਵਸਤੂਆਂ ਦਾਨ ਕਰ ਦਈਏ, ਪੁੰਨ ਦਾਨ ਕਰ ਦਈਏ, ਇਹਦੇ ਨਾਲ ਸਾਡੇ ਮਨ ਦਾ ਕਲਾ ਕਲੇਸ਼ ਨਹੀਂ ਖਤਮ ਹੋਣਾ, ਉਹ ਤਾਂ ਆਪਦੀ ਮੱਤ ਹੋ ਗਈ। ਗੁਰੂ ਜੋ ਸਾਨੂੰ ਕਹਿੰਦਾ ਗੁਰੂ ਦਾ ਬਚਨ ਮੰਨਣਾ, ਗੁਰੂ ਸਾਨੂੰ ਕਹਿ ਰਿਹਾ ਉਹ ਕਹਿੰਦੇ ਸਿਮਰਨ ਕਰੋ, ਅਤੇ ਜੇ ਤਾਂ ਅਸੀਂ ਸਿਮਰਨ ਕਰਾਂਗੇ, ਜੇ ਕੀਤਾ ਫਿਰ ਸਾਨੂੰ ਸੁੱਖ ਨਹੀਂ ਮਿਲਿਆ ਫਿਰ ਅਸੀਂ ਕਹਿ ਸਕਦੇ ਵੀ ਗੁਰੂ ਸਾਹਿਬ ਅਸੀਂ ਤੁਹਾਨੂੰ ਆ ਕੇ ਸੁੱਖ ਦਿਓ ਅਤੇ ਤੁਸੀਂ ਆ ਕੇ ਸਿਮਰਨ ਕਰੋ। ਅਸੀਂ ਤਾਂ ਸਿਮਰਨ ਵੀ ਕਰਦੇ ਵੀ ਫਿਰ ਵੀ ਸਾਡੇ ਮਨ ਨੂੰ ਸ਼ਾਂਤੀ ਨਹੀਂ ਆਈ। ਅਤੇ ਮਹਾਰਾਜ ਕਹਿੰਦੇ ਵੀ ਇਹ ਤਾਂ ਹੋ ਨਹੀਂ ਸਕਦਾ ਫਿਰ, ਵੀ ਜੇ ਤੁਸੀਂ ਸਿਮਰਨ ਕਰੋ ਅਤੇ ਤੁਹਾਨੂੰ ਸ਼ਾਂਤੀ ਨਾ ਹੋਵੇ, ਤੁਹਾਨੂੰ ਸੁੱਖ ਨਾ ਮਿਲੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਹੜੀ ਕਾਰ ਸਾਨੂੰ ਗੁਰੂ ਕਰਨ ਨੂੰ ਕਹਿ ਰਿਹਾ ਵੀ ਉਹ ਕਰੋ। ਗੁਰ ਕਹੇ ਆਸਾ ਕਾਰ ਕਮਾਵ, ਗੁਰ ਕੀ ਕਰਨੀ ਕਾਹੇ ਧਾਵ। ਹੁਣ ਅੰਤਰ ਕੀ ਹੈ ਸੰਸਾਰ ਦੇ ਵਿੱਚ ਵੀ ਜੀਵ ਗੁਰੂ ਦਾ ਕਹਿਣਾ ਨਹੀਂ ਮੰਨਦਾ, ਗੁਰੂ ਦਾ ਬਚਨ ਨਹੀਂ ਮੰਨਦਾ, ਆਪਦੀ ਮੱਤ ਦੁਆਰਾ ਕਰਦਾ। ਉਹ ਜਦੋਂ ਆਪਦੀ ਮੱਤ ਦੁਆਰਾ ਕਰਦਾ ਤਾਂਹੀਓ ਫਿਰ ਮਹਾਰਾਜ ਕਹਿੰਦੇ ਵੀ ਉਹਦੀ ਕੀਤੀ ਹੋਈ ਘਾਲਣਾ ਉਹ ਵਿਅਰਥ ਚਲੀ ਜਾਂਦੀ, ਕਿਉਂਕਿ ਉਹਨੇ ਜੋ ਵੀ ਕੀਤਾ ਆਪਦੀ ਮੱਤ ਦੁਆਰਾ ਕੀਤਾ। ਇਸ ਕਰਕੇ ਉਹਦੇ ਮਨ ਨੂੰ ਸੁੱਖ ਨਹੀਂ ਮਿਲਦਾ, ਉਹਦੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਉਹਦਾ ਮਨ ਸਹਿਜ ਵਿੱਚ ਨਹੀਂ ਆਉਂਦਾ। ਹੁਣ ਤਾਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਆਪਦੀ ਮੱਤ ਤਾਂ ਛੱਡਣੀ, ਵੀ ਅਸੀਂ ਗੁਰੂ ਦੀ ਮੱਤ ਲੈਣੀ, ਗੁਰੂ ਦਾ ਅਸੀਂ ਕਹਿਣਾ ਮੰਨਣਾ, ਅਸੀਂ ਗੁਰੂ ਦੀ ਆਗਿਆ ਮੰਨਣੀ, ਨਾ ਕਿ ਗੁਰੂ ਨੂੰ ਅਸੀਂ ਆਪਦੀ ਮਨਾਉਣੀ। ਕਿਉਂਕਿ ਸਾਡੀ ਤਾਂ ਮੱਤ ਹੀ ਥੋੜ੍ਹੀ ਹੈ, ਸਾਨੂੰ ਤਾਂ ਇਹ ਨਹੀਂ ਪਤਾ ਵੀ ਅਸੀਂ ਮੰਗਣਾ ਕੀ, ਵੀ ਜਿਹਨੂੰ ਅਸੀਂ ਸੁੱਖ ਸਮਝ ਕੇ ਮੰਗਦੇ ਸਾਨੂੰ ਅਗਿਆਨਤਾ 'ਚ ਇਹ ਨਹੀਂ ਪਤਾ ਵੀ ਅਸੀਂ ਤਾਂ ਦੁੱਖ ਹੀ ਮੰਗੀ ਜਾਂਦੇ। ਮਹਾਰਾਜ ਇਸ ਲਈ ਫਰਮਾਉਂਦੇ ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜ੍ਹੀ ਰਾਮ। ਬਈ ਵਾਹਿਗੁਰੂ ਤੂੰ ਵੱਡਾ ਸਮਰੱਥ ਹੈ, ਤੂੰ ਅੰਤਰਜਾਮੀ, ਤੂੰ ਸਭ ਜਾਣਦਾ, ਸਾਡੀ ਤਾਂ ਮੱਤ ਹੀ ਥੋੜ੍ਹੀ, ਸਾਨੂੰ ਤਾਂ ਮੰਗਣਾ ਵੀ ਨਹੀਂ ਆਉਂਦਾ। ਸਾਨੂੰ ਤਾਂ ਇਹੀ ਨਹੀਂ ਪਤਾ ਵੀ ਅਸੀਂ ਤਾਂ ਜ਼ਹਿਰ ਹੀ ਮੰਗੀ ਜਾਂਦੇ। ਜਿਵੇਂ ਬੱਚਾ ਹੁੰਦਾ ਨਾ ਉਹ ਬਹੁਤ ਜ਼ਿੱਦ ਕਰਦਾ, ਕਈ ਵਾਰੀ ਉਹ ਰੋਂਦਾ ਵੀ ਮੈਨੂੰ ਆਹ ਚੀਜ਼ ਲੈ ਕੇ ਦਿਓ, ਮੈਂ ਆਹ ਖਾਣਾ, ਮੈਂ ਆਹ ਖਾਣਾ। ਅਤੇ ਉਹ ਮਾਂ ਪਿਓ ਨੂੰ ਪਤਾ ਹੁੰਦਾ ਵੀ ਇਹਦੇ ਵਾਸਤੇ ਠੀਕ ਨਹੀਂ ਹੈ। ਬਈ ਜੇ ਉਹ ਬਿਮਾਰ ਹੈ ਅਤੇ ਡਾਕਟਰ ਨੇ ਮਨਾ ਕੀਤਾ ਵੀ ਇਹਨੂੰ ਆਹ ਚੀਜ਼ ਖਵਾਉਣੀ ਨਹੀਂ, ਉਹ ਜ਼ਿੱਦ ਕਰਦਾ ਵੀ ਮੈਂ ਆਹ ਚੀਜ਼ ਖਾਣੀ ਹੈ, ਅਤੇ ਉਹਨਾਂ ਨੂੰ ਪਤਾ ਵੀ ਇਹ ਹੋਰ ਬਿਮਾਰ ਹੋ ਜਾਊ। ਉਹ ਰੋਂਦਾ ਵੀ, ਉਹ ਜ਼ਿੱਦ ਵੀ ਕਰਦਾ, ਫਿਰ ਵੀ ਮਾਂ ਪਿਓ ਦਿੰਦੇ ਨਹੀਂ ਉਹਨੂੰ। ਹੁਣ ਇਹਦਾ ਮਤਲਬ ਇਹ ਨਹੀਂ ਹੈ ਵੀ ਮਾਂ ਪਿਓ ਉਹਨੂੰ ਪਿਆਰ ਨਹੀਂ ਕਰਦੇ, ਉਹਦੇ ਵਿੱਚ ਜੇ ਉਹਨੂੰ ਨਹੀਂ ਦਿੰਦੇ ਸਗਾ ਤਾਂ ਉਹਨਾਂ ਦਾ ਜ਼ਿਆਦਾ ਪਿਆਰ, ਕਿਉਂਕਿ ਉਹਨਾਂ ਨੂੰ ਉਹਦੀ ਫਿਕਰ ਹੈ, ਉਹਦੀ ਚਿੰਤਾ ਹੈ। ਹੁਣ ਇਸੇ ਤਰ੍ਹਾਂ ਹੀ ਅਸੀਂ ਕਈ ਵਾਰ ਐਸੀਆਂ ਮੰਗਾਂ ਰੱਖਦੇ ਹਾਂ, ਐਸੀਆਂ ਸੁਖਣਾ ਸੁੱਖਦੇ ਹਾਂ ਵੀ ਆਹ ਸਾਡੀ ਪੂਰੀ ਹੋਵੇ ਜੀ, ਉਹ ਨਹੀਂ ਕਰਦਾ ਮਾਲਕ। ਜਦੋਂ ਨਹੀਂ ਕਰਦਾ ਅਸੀਂ ਰੋਂਦੇ ਵੀ ਵੀ ਸਾਡੀ ਆਹ ਇੱਛਾ ਜੀ ਪੂਰੀ ਨਹੀਂ ਹੁੰਦੀ, ਅਤੇ ਉਹ ਫਿਰ ਵੀ ਨਹੀਂ ਪਰਵਾਹ ਕਰਦਾ। ਕਿ ਇਹਦੇ ਵਿੱਚ ਇਹਦਾ ਮਤਲਬ ਇਹ ਨਹੀਂ ਵੀ ਉਹ ਸਾਨੂੰ ਪਿਆਰ ਨਹੀਂ ਕਰਦਾ। ਜੇ ਅਸੀਂ ਮੰਗਦੇ ਹਾਂ, ਜੇ ਉਹ ਚੀਜ਼ ਸਾਨੂੰ ਨਹੀਂ ਮਿਲਦੀ, ਇਹਦੇ ਵਿੱਚ ਸਗੋਂ ਤਾਂ ਜ਼ਿਆਦਾ ਗੂੜਾ ਪਿਆਰ।
ਕਿਉਂਕਿ ਉਹਨੂੰ ਸਾਡੀ ਫਿਕਰ ਹੈ, ਉਹਨੂੰ ਸਾਡੀ ਚਿੰਤਾ ਹੈ ਵੀ ਜੇ ਇਹਨੂੰ ਇਹ ਮਿਲ ਗਈ ਚੀਜ਼ ਤਾਂ ਇਹਦਾ ਹੋਰ ਨੁਕਸਾਨ ਹੋ। ਸੋ ਇਸ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਸੱਚੇ ਪਾਤਸ਼ਾਹ ਵੀ ਅਸੀਂ ਤਾਂ ਸ਼ੁਕਰਾਨਾ ਕਰਨਾ ਵੀ ਜੋ ਉਹਨੇ ਦਿੱਤਾ, ਇਹ ਥੋੜ੍ਹੀ ਵੀ ਅਸੀਂ ਰੋਸ ਕਰਨਾ ਵੀ ਸਾਨੂੰ ਕਾਹਤੋਂ ਨਹੀਂ ਦਿੱਤਾ। ਸੋ ਤਾਂ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਨੇ ਵੀ ਇਹ ਸਾਡੇ ਜੀਵਨ ਦੀ ਜਾਂਚ ਆ, ਜੋ ਗੁਰੂ ਸਾਹਿਬ ਆਪਾਂ ਨੂੰ ਸਿਖਾਉਂਦੇ ਵੀ ਸਾਨੂੰ ਜਿਉਣ ਦਾ ਢੰਗ ਆ, ਜੇ ਸਾਨੂੰ ਜੀਵਨ ਦੀ ਜਾਂਚ ਆ, ਜੇ ਜੁਗਤੀ ਆ, ਜੇ ਤਰੀਕਾ ਆ, ਜੇ ਤਾਂ ਅਸੀਂ ਜੁਗਤ ਸਿੱਖ ਲਈ ਫਿਰ ਤਾਂ ਅਸੀਂ ਮਾਲਕ ਦਾ ਸ਼ੁਕਰਾਨਾ ਹੀ ਕਰਾਂਗੇ। ਜਿਹਨੇ ਨਹੀਂ ਇਹ ਜਿਉਣ ਦੀ ਜੁਗਤ ਸਿੱਖੀ ਉਹ ਫਿਰ ਮਾਲਕ ਦਾ ਸ਼ੁਕਰਾਨਾ ਨਹੀਂ ਕਰਦਾ, ਉਹ ਹਰ ਸਮੇਂ ਰੋਸ ਹੀ ਕਰਦਾ। ਉਹਦੇ ਅੰਦਰ ਹਰ ਸਮੇਂ ਮਾਲਕ ਪ੍ਰਤੀ ਰੋਸ ਹੀ ਰਹਿੰਦਾ, ਉਹਦੇ ਅੰਦਰ ਗਿਲੇ ਸ਼ਿਕਵੇ ਰਹਿੰਦੇ ਵੀ ਮੇਰਾ ਆਹ ਨਹੀਂ ਹੋਇਆ, ਮੇਰਾ ਆਹ ਨਹੀਂ ਹੋਇਆ, ਅਤੇ ਉਹਦੇ ਵਿੱਚ ਹੀ ਉਹਨੇ ਹੋਰ ਦੁਖੀ ਹੋਈ ਜਾਣਾ, ਹੋਰ ਅਸ਼ਾਂਤ ਹੋਈ ਜਾ। ਕਿਉਂਕਿ ਜਿਵੇਂ ਬੱਚਾ ਹੁੰਦਾ ਨਾ, ਜੇ ਹੁਣ ਉਹ ਰੋਈ ਜਾਂਦਾ, ਮਾਂ ਪਿਓ ਕਹਿੰਦੇ ਰੋਲਾ ਕੋਈ ਨਹੀਂ, ਪਰ ਤੈਨੂੰ ਆਹ ਚੀਜ਼ ਨਹੀਂ ਦੇਣੀ ਜਿੰਨਾ ਮਰਜ਼ੀ ਰੋਲਾ। ਔਰ ਇਸੇ ਤਰ੍ਹਾਂ ਹੀ ਅਸੀਂ ਜਿੰਨੇ ਮਰਜ਼ੀ ਗਿਲੇ ਸ਼ਿਕਵੇ ਕਰੀ ਚਿੱਠੀ, ਜੋ ਉਹਨੇ ਸਾਨੂੰ ਨਹੀਂ ਦੇਣਾ ਉਹਨੇ ਨਹੀਂ ਦੇਣਾ, ਚਾਹੇ ਅਸੀਂ ਜਿੰਨਾ ਮਰਜ਼ੀ ਕਹੀ ਚਿੱਠੀ। ਅਤੇ ਜਿਹੜੀ ਚੀਜ਼ ਦੀ ਸਾਨੂੰ ਲੋੜ ਹੈ ਉਹ ਅੰਤਰਜਾਮੀ, ਉਹ ਬਿਨਾਂ ਮੰਗਿਆਂ ਤੋਂ ਹੀ ਦੇ ਦਿੰਦਾ। ਉਹਨੂੰ ਪਤਾ ਵੀ ਮੇਰੇ ਬੱਚੇ ਨੂੰ ਆਹ ਚੀਜ਼ ਦੀ ਲੋੜ ਹੈ, ਉਹ ਸਾਨੂੰ ਮੰਗਣ ਦੀ ਵੀ ਨਹੀਂ ਲੋੜ, ਉਹ ਬਿਨਾਂ ਮੰਗਿਆਂ ਤੋਂ ਹੀ ਦੇ ਦਿੰਦਾ। ਹੁਣ ਤਾਂ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ, ਕਹਿੰਦੇ ਬਿਨ ਬੋਲਿਆਂ ਸਭ ਕੁਛ ਜਾਣਦਾ, ਕਿਸ ਆਗੇ ਕੀਚੇ ਅਰਦਾਸ। ਬਈ ਤੁਸੀਂ ਅਰਦਾਸ ਵੀ ਕਰਕੇ ਕਿਹਨੂੰ ਦੱਸਦੇ ਹੋ ਵੀ ਉਹ ਤਾਂ ਬਿਨਾਂ ਬੋਲਿਆਂ ਤੋਂ ਹੀ ਜਾਣਦਾ ਮਾਲਕ, ਉਹ ਅੰਤਰਜਾਮੀ ਹੈ, ਉਹ ਬਿਨਾਂ ਬੋਲਿਆਂ ਤੋਂ ਹੀ ਉਹਨੂੰ ਪਤਾ ਹੈ ਸਾਡੇ ਅੰਦਰ ਬੈਠਾ ਵੀ ਮੇਰੇ ਬੱਚੇ ਨੂੰ ਕਿਹੜੀ ਚੀਜ਼ ਦੀ ਲੋੜ ਹੈ। ਉਹ ਸਮੇਂ ਸਮੇਂ ਮੁਤਾਬਕ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਰਹਿੰਦਾ ਜਿੰਨੀ ਆਪਾਂ ਨੂੰ ਲੋੜ। ਇਸ ਵਾਸਤੇ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਸਾਰਾ ਕੁਛ ਦੇ ਰਹੇ ਹੈ ਵੀ ਸਾਨੂੰ ਤਾਂ ਇੱਕੋ ਹੀ ਕਾਰਜ ਦਿੱਤਾ ਵੀ ਤੁਸੀਂ ਉਹ ਕਰੋ ਆਪ। ਰਾਮ ਸਿਮਰ ਇਹ ਤੇਰੇ ਕਾਜ ਹੈ, ਮਨ ਦਾ ਤਾਂ ਇੱਕੋ ਹੀ ਕਾਰਜ। ਹੁਣ ਜੇ ਅਸੀਂ ਉਹ ਕਾਰਜ ਕਰਦੇ ਨਹੀਂ ਜਿਹੜਾ ਸਾਨੂੰ ਕਰਨ ਨੂੰ ਕਹਿ ਰਹੇ, ਅਤੇ ਫਿਰ ਅਸੀਂ ਆਖੀਏ ਵੀ ਸਾਨੂੰ ਸੁੱਖ ਨਹੀਂ ਮਿਲਦਾ। ਮਹਾਰਾਜ ਕਹਿੰਦੇ ਵੀ ਸੁੱਖ ਤਾਂ ਹੀ ਮਿਲੂ ਜੇ ਤੁਸੀਂ ਉਹ ਕਾਰਜ ਕਰੋਗੇ। ਹੁਣ ਤਾਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਉਹ ਕਾਰਜ ਦੇ ਵਿੱਚ ਤੁਸੀਂ ਢਿੱਲ ਨਾ ਕਰੋ, ਆਲਸ ਨਾ ਕਰੋ, ਵੀ ਜਿਹੜਾ ਸਾਡਾ ਨਿੱਜੀ ਕੰਮ ਹੈ ਜਿਹਦੇ ਨਾਲ ਸਾਨੂੰ ਇੱਥੇ ਵੀ ਸੁੱਖ ਮਿਲਣਾ, ਅਤੇ ਜਦੋਂ ਅਸੀਂ ਦੇਹ ਨੂੰ ਛੱਡਣਾ ਸਾਨੂੰ ਦਰਗਾਹ 'ਚ ਵੀ ਥਾਂ ਮਿਲਣੀ, ਸਾਨੂੰ ਉੱਥੇ ਵੀ ਮਾਣ ਮਿਲਣਾ। ਮਹਾਰਾਜ ਤਾਂਹੀਓ ਫਰਮਾਉਂਦੇ ਆਪਣੇ ਕਾਰਜ ਕੋ ਕਿਉਂ ਲਕਾਈਏ, ਜਿਤ ਸਿਮਰਨ ਦਰਗਾਹ ਮਖੂਜਲ ਸਦਾ ਸਦਾ ਸੁਖ ਪਾਈਏ। ਬਈ ਆਪਣੇ ਕਾਰਜ ਦੇ ਵਿੱਚ ਢਿੱਲ ਨਾ ਕਰੋ, ਆਲਸ ਨਾ ਵਰਤੋ, ਜਿਹਦੇ ਨਾਲ ਤੁਸੀਂ ਸਦਾ ਸੁੱਖ ਦੀ ਪ੍ਰਾਪਤੀ ਕਰਨੀ। ਜਿਹੜਾ ਕਾਰਜ ਕਰਕੇ ਸਾਡਾ ਦਰਗਾਹ 'ਚ ਮੁੱਖ ਉਜਲ ਹੋਣਾ, ਸਾਨੂੰ ਦਰਗਾਹ 'ਚ ਥਾਂ ਮਿਲਣੀ, ਅਤੇ ਉਹਦੇ ਵਾਸਤੇ ਕਿਉਂ ਲਕਾਉਂਦੇ, ਕਹਿੰਦੇ ਉਹਦੇ ਵਾਸਤੇ ਕਿਉਂ ਢਿੱਲ ਵਰਤਦੇ। ਹੁਣ ਤਾਂ ਫਿਰ ਸਾਨੂੰ ਵਾਰ-ਵਾਰ ਸਮਝਾਉਂਦੇ ਵੀ ਸਾਡਾ ਕਹਿਣਾ ਮੰਨ ਲਓ, ਇਹ ਸਮਾਂ ਵਾਰ-ਵਾਰ ਨਹੀਂ ਮਿਲਦਾ। ਹੁਣ ਆਪਾਂ ਦੇਖਦੇ ਹਾਂ ਵੀ ਰੋਜ਼ ਦੀ ਰੋਜ਼ ਸਮਾਂ ਲੰਘਦਾ ਜਾਂਦਾ, ਦਿਨ ਚੜ੍ਹਿਆ ਰਾਤ ਪੈ ਗਈ, ਕਿੰਨੀ ਤੇਜ਼ੀ ਨਾਲ ਸਮਾਂ ਲੰਘ ਰਿਹਾ। ਹੁਣ ਮਹਾਰਾਜ ਕਹਿੰਦੇ ਵੀ ਸਾਡਾ ਕਹਿਣਾ ਮੰਨ ਲਓ ਵੀ ਇਹ ਸਮਾਂ ਬੀਤ ਜਾਣ, ਜਿਹੜਾ ਹੁਣ ਅੱਜ ਦਾ ਦਿਨ ਲੰਘੇ ਮੁੜ ਕੇ ਥੋੜ੍ਹੀ ਆਉਣਾ ਵਾਪਸ। ਦਿਨ ਪੈਰ ਘੜੀਆਂ ਸਮਾਂ ਸਾਡਾ ਬੀਤਦਾ ਜਾ ਰਿਹਾ, ਅਤੇ ਆਪਾਂ ਸਮਾਂ ਘਟਦਾ ਜਾ ਰਿਹਾ, ਅਤੇ ਆਪਣਾ ਸਮਾਂ ਇੱਕ ਦਿਨ ਖਤਮ ਹੋ ਜਾਣ। ਹੁਣ ਮਹਾਰਾਜ ਕਹਿੰਦੇ ਇਸ ਲਈ ਵੀ ਜਿੰਨਾ ਸਮਾਂ ਤੁਹਾਡਾ ਇਹ ਹੁਣ ਸਮੇਂ ਨੂੰ ਸਾਂਭ ਲਓ, ਵੀ ਇਸ ਵਾਸਾਂ ਨੂੰ ਵਿਅਰਥ ਨਾ ਜਾਣਾ ਚਾਹੀਦਾ। ਮਹਾਰਾਜ ਤਾਂਹੀਓ ਫਰਮਾਉਂਦੇ ਹਰ ਜਸ ਰੀ ਮਨਾ ਗਾਈ ਲੈ, ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ, ਕਹਾ ਮੰਨ ਲੈ ਮੇਰੋ। ਬਈ ਸਾਡਾ ਜਿਹੜਾ ਅਵਸਰ ਸਮਾਂ ਉਹ ਬੀਤ ਰਿਹਾ, ਸਮਾਂ ਲੰਘ ਰਿਹਾ, ਬਈ ਹੁਣ ਇਹ ਸਮੇਂ ਦਾ ਕੁਛ ਨਾ ਕੁਛ ਬਣਾ ਲਓ, ਇਹ ਸਮੇਂ ਨੂੰ ਸਾਂਭ ਲਓ, ਸਵਾਸਾਂ ਨੂੰ ਸਾਂਭ ਲਓ, ਵੀ ਇਸ ਸਵਾਸਾਂ ਨੂੰ ਨਿਰਗੁਣ ਦੇ ਖਜ਼ਾਨੇ 'ਚ ਜਮ੍ਹਾਂ ਕਰੋ,
ਦਮ ਦਮ ਸਦਾ ਸੰਭਾਲਦਾ ਦਮ ਨਾ ਵਿਰਥਾ ਜਾਈ। ਜਿਹੜੇ ਦਮ ਦੇ ਨਾਲ ਹੁਣ ਆਪਾਂ ਨਹੀਂ ਸਿਮਰਨ ਕਰਦੇ, ਨਹੀਂ ਮਾਲਕ ਨੂੰ ਚੇਤੇ ਕਰਦੇ, ਉਹ ਸਾਡਾ ਵਿਅਰਥ ਚਲਾ ਗਿਆ। ਮਹਾਰਾਜ ਫਰਮਾਉਂਦੇ ਜੋ ਦਮ ਚਿੱਤ ਨਾ ਆਵਈ ਸੋ ਦਮ ਬਿਰਥਾ ਜਾਈ। ਬਈ ਜਿਹੜੇ ਸਵਾਸ ਨਾਲ ਅਸੀਂ ਨਹੀਂ ਮਾਲਕ ਨੂੰ ਚੇਤੇ ਕੀਤਾ ਉਹ ਸਾਡਾ ਵਿਅਰਥ ਚੱਲਾ ਗਿਆ। ਅਤੇ ਕਿੰਨਾ ਘਾਟਾ। ਇੱਕ ਸਵਾਸ ਆਪਾਂ ਸਾਰੇ ਸੰਸਾਰ ਦੀ ਧਨ ਦੌਲਤ ਇਕੱਠੀ ਕਰ ਲਈਏ, ਪਦਾਰਥ ਇਕੱਠੇ ਕਰ ਲਈਏ, ਉਹਦੇ ਬਦਲੇ ਇੱਕ ਸਵਾਸ ਨਹੀਂ ਮਿਲਦਾ। ਹੁਣ ਜੇ ਸਾਡਾ ਵਿਅਰਥ ਚੱਲਾ ਗਿਆ ਤਾਂ ਕਿੰਨਾ ਘਾਟਾ ਪੈ ਗਿਆ ਸਾਨੂੰ। ਮਹਾਰਾਜ ਤਾਂ ਫਿਰ ਆਪਾਂ ਨੂੰ ਕਹਿੰਦੇ ਵੀ ਇਹਨਾਂ ਨੂੰ ਵਿਅਰਥ ਨਾ ਜਾਣ ਦਿਓ, ਇਹਨਾਂ ਨੂੰ ਸੰਭਾਲੋ। ਆਓ ਹੁਣ ਕਿਵੇਂ ਅਸੀਂ ਇਹਨਾਂ ਨੂੰ ਸੰਭਾਲਣਾ ਦਮਾਂ ਨੂੰ, ਉਹਦੇ ਵਾਸਤੇ ਸਤਿਗੁਰੂ ਜੋ ਆਪਾਂ ਨੂੰ ਇਹ ਸਾਸ ਗਿਰਾ ਸਿਮਰਨ ਅਭਿਆਸ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਜਦੋਂ ਇਹ ਆਪਾਂ ਅਭਿਆਸ ਕਰਦੇ ਹਾਂ, ਇਹ ਫਿਰ ਆਪਾਂ ਇਹਨਾਂ ਸਵਾਸਾਂ ਨੂੰ, ਇਹਨਾਂ ਦਮਾਂ ਨੂੰ ਸੰਭਾਲਦੇ ਹਾਂ। ਇਹ ਨਾਲ ਆਪਾਂ ਫਿਰ ਮਨ ਨੂੰ ਗੁਰੂ ਦੀ ਮੱਤ ਗਿਆਨ ਦਿੰਦੇ ਹਾਂ ਵੀ ਤਾਂ ਕਿ ਸਾਡਾ ਮਨ ਘਰ ਚਲਾ ਜਾਵੇ ਸਹਿਜ ਦੇ ਵਿੱਚ। ਮਾਰੇ ਫਰਮਾਉਂਦੇ ਮਨੁਆ ਕਿਉਂ ਘਰ ਵਾਸ ਆਵੇ, ਗੁਰ ਪ੍ਰਸਾਦੀ ਠਾਕੀਏ ਗਿਆਨ ਮਤੀ ਘਰ ਆਵੇ। ਵੀ ਇਹਨੂੰ ਅਸੀਂ ਗਿਆਨ ਦੀ ਮੱਤ ਦੇ ਕੇ ਘਰ ਲੈ ਕੇ ਜਾਣਾ। ਹੁਣ ਇਸੇ ਵਾਸਤੇ ਆਪਾਂ ਮਨ ਨੂੰ ਘਰ ਲੈ ਕੇ ਜਾਣ ਲਈ ਇਹ ਸਿਮਰਨ ਕਰਨਾ, ਸਤ ਸੰਗਤ ਕਰਦੇ ਹਾਂ, ਗੁਰੂ ਦੀ ਮੱਤ ਲੈਂਦੇ ਹਾਂ, ਗਿਆਨ ਦਿੰਦੇ ਮਨ ਵੀ ਤਾਂ ਕਿ ਸਾਡਾ ਮਨ ਸਹਿਜ ਦੇ ਵਿੱਚ ਆਪਣੇ ਘਰ ਚਲਾ ਜਾਵੇ। ਹੁਣ ਜਿਹੜੇ ਜੀਵ ਫਿਰ ਨਹੀਂ ਸਤ ਸੰਗਤ ਕਰਦੇ, ਜਿਨ੍ਹਾਂ ਨੇ ਨਹੀਂ ਗੁਰੂ ਦੀ ਮੱਤ ਲਈ, ਫਿਰ ਉਹਨਾਂ ਦਾ ਮਨ ਘਰ ਨਹੀਂ ਜਾਂਦਾ। ਤਾਂ ਕਰਕੇ ਫਿਰ ਕਹਿੰਦੇ ਵੀ ਉਹਨਾਂ ਦੀ ਘਾਲਣਾ ਜਿਹੜੀ ਵਿਅਰਥ ਚਲੀ ਜਾਂਦੀ, ਵੀ ਮਨਮੁਖਾਂ ਨੂੰ ਪਰਮਾਤਮਾ ਦੂਰ ਹੈ ਅਤੇ ਉਹਨਾਂ ਦੀ ਘਾਲਣਾ ਵੀ ਵਿਅਰਥ ਚਲੀ ਗਈ। ਸਤਿਗੁਰੂ ਕਹਿੰਦੇ ਮਨਮੁਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ, ਸਭ ਵਿਅਰਥੀ ਘਾਲ ਗਵਾਈਏ ਰਾਮ। ਵੀ ਉਹਨਾਂ ਦੀ ਘਾਲਣਾ ਸਭ ਵਿਅਰਥ। ਜਿਹੜੇ ਗੁਰਮੁਖ ਫਿਰ ਉਹਨਾਂ ਦੀ ਘਾਲਣਾ ਸਾਰੀ ਥਾਈ ਪੈ ਗਈ, ਕਿਉਂਕਿ ਉਹਨਾਂ ਨੂੰ ਹਰ ਥਾਂ 'ਤੇ ਮਾਲਕ ਹਾਜ਼ਰ। ਜਾਂ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੜੀਏ, ਹਰ ਹਾਜ਼ਰ ਨਦਰੀ ਆਈਏ ਰਾਮ। ਵੀ ਉਹਨਾਂ ਨੂੰ ਹਰ ਥਾਂ 'ਤੇ ਹਾਜ਼ਰ ਪਰਮਾਤਮਾ ਰਾਮ ਵਾਹਿਗੁਰੂ ਅੰਦਰ ਵੀ ਬਾਹਰ ਵੀ ਉਹਨਾਂ ਨੂੰ ਦੇਖਦੇ। ਹੁਣ ਇਸ ਵਾਸਤੇ ਫਿਰ ਕਹਿੰਦੇ ਵੀ ਜਦੋਂ ਸਾਨੂੰ ਉਹ ਨਜ਼ਰ ਹੀ ਆ ਗਿਆ ਅਤੇ ਸਾਡੀ ਸਾਰੀ ਕੀਤੀ ਹੋਈ ਘਾਲਣਾ ਸੀ ਜਿਹੜੀ ਉਹ ਸਫਲ ਹੋ ਗਈ। ਮਨਮੁਖਾਂ ਦੀ ਘਾਲਣਾ ਵਿਅਰਥ ਚਲੀ ਗਈ, ਕਿਉਂਕਿ ਉਹਨਾਂ ਨੇ ਆਪਦੀ ਮੱਤ ਦੁਆਰਾ ਕੀਤਾ, ਗੁਰੂ ਦੀ ਮੱਤ ਨਹੀਂ ਲਈ। ਹੁਣ ਇਸ ਵਾਸਤੇ ਆਪਾਂ ਗੁਰੂ ਦੀ ਮੱਤ ਲੈਣ ਲਈ ਇਹ ਵੱਧ ਤੋਂ ਵੱਧ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਹ ਉਸੇ ਗਿਆਨ ਨੂੰ ਹੀ ਆਪਾਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ। ਜੇ ਇਹ ਗਿਆਨ ਸਾਡੇ ਹਿਰਦੇ 'ਚ ਵਸਿਆ ਹੋਏਗਾ ਫਿਰ ਆਪਣਾ ਮਨ ਭੁੱਲੇਗਾ ਨਹੀਂ, ਫਿਰ ਇਹ ਫਸੇਗਾ ਨਹੀਂ ਇੱਧਰ ਮਾਇਆ ਦੇ ਵਿੱਚ। ਫਸਦਾ ਉਦੋਂ ਹੀ ਜਦੋਂ ਇਹਨੂੰ ਗਿਆਨ ਭੁੱਲ ਜਾਂਦਾ, ਭੁੱਲਦਾ ਉਦੋਂ ਹੀ ਜਦੋਂ ਇਹਨੂੰ ਦ੍ਰਿੜ ਨਹੀਂ ਹੁੰਦਾ। ਜੇ ਸਾਨੂੰ ਦ੍ਰਿੜ ਹੋਇਆ ਹੋਏਗਾ ਤਾਂ ਭੁੱਲੇਗਾ ਨਹੀਂ। ਸੋ ਇਸ ਵਾਸਤੇ ਫਿਰ ਇਹ ਆਪਾਂ ਸੰਗਤ ਵੱਧ ਤੋਂ ਵੱਧ ਕਰਕੇ ਵੀ ਤਾਂ ਕਿ ਸਾਨੂੰ ਇਹ ਗਿਆਨ ਦ੍ਰਿੜ ਹੋ ਜਾਵੇ। ਸੋ ਗੁਰਮੁਖ ਪਿਆਰਿਓ, ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਏ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।